प्रोग्राम तफ्तीशी के साथ मैं हूं सलमान कुरैशी। नाजरीन, आज बात करेंगे फूल नगर के इलाका सराय चंबा में होने वाले खौफनाक कत्ल के बारे में। ये कत्ल की वारदात में 26 साला नौजवान वकील हसन को बेदर्दी के साथ न सिर्फ कत्ल किया गया बल्कि घर के सहन में गड़ा बनाकर उसकी लाश को दफना दिया गया। पुलिस ने 7 रोज बाद उस गड़े से लाश को बरामद कर लिया और मुकदमा दर्ज करने के बाद मुलजिम को भी गिरफ्तार कर लिया है। असल में ये कत्ल की वारदात मुबैना तौर पर गैरत के नाम पर की गई। किस तरह से ये कत्ल की वारदात हुई, सबसे पहले रुख करते हैं मकतूल के अहले खाना की जानिब और उनसे जानते हैं कि वकील हसन को क्यों कत्ल किया गया। अफसोसनाक वाकया है ਵੱਡਿਓ, ਕੀ ਹੋਇਆ, ਕਿਉਂ ਮਾਰਤਾ ਤੁਹਾਡੇ ਪੁੱਤਰ ਨੂੰ? ਦੋਸਤ ਬਣੇ ਸੀ, ਇਕੱਠੇ ਰਹਿੰਦੇ ਸੀ। ਇੱਕ ਬਲਾਕ ਲੈ ਗਿਆ ਘਰੋਂ। ਅੱਛਾ, ਇਹ ਬੈਠ ਦੀ ਬਲਾਕ ਲੱਗਿਆ ਤੇ ਘਰ ਲੈ ਗਿਆ। ਕਦੋਂ ਦਾ ਦੋਸਤ ਬਣਿਆ ਸੀ? 2-3 ਸਾਲ ਹੀ ਹੋ ਗਏ। 2-3 ਸਾਲ ਪੁਰਾਣਾ ਦੋਸਤ ਸੀ। ਅੱਛਾ, ਇਕੱਠੇ ਰਹਿੰਦੇ ਸੀ, ਡਿਊਟੀ ਇਕੱਠੇ ਕਰਦੇ ਸੀ, ਆਉਂਦੇ ਜਾਂਦੇ ਸੀ। ਮੁਲਾਜ਼ਮਤ ਵੀ ਇਕੱਠੇ ਕਰਦੇ ਸੀ। ਫਿਰ ਉਹਨੇ ਛੱਡ ਦਿੱਤੀ ਸੀ। ਮੇਰਾ ਮੁੰਡਾ ਕਰਦਾ ਰਿਹਾ। ਮੁਲਜ਼ਮ ਦਾ ਕੀ ਨਾਂ ਸੀ? ਇੱਕ ਨਾ ਜੰਗੀਰ ਸੀ, ਇੱਕ ਨਾ ਫਰੂਕ ਸੀ। ਤਿੰਨੇ ਭਰਾ ਇਕੱਠੇ ਰਹਿੰਦੇ ਸੀ ਉੱਥੇ। ਅੱਛਾ, ਇਹ ਤਿੰਨੋਂ ਭਰਾ ਹੀ ਦੋਸਤ ਸੀ ਤੁਹਾਡੇ ਬੇਟੇ ਦੇ? ਹਾਂਜੀ, ਅੱਛਾ, ਤਿੰਨਾਂ ਨੇ ਮਾਰਿਆ? ਤਿੰਨਾਂ ਨੇ ਮਾਰਿਆ। ਕਿਉਂ ਮਾਰਤਾ? ਪਤਾ ਨਹੀਂ ਉਹਨਾਂ ਨੂੰ ਪਿੱਤ ਕੀ ਤਕਲੀਫ ਸੀ, ਸਾਨੂੰ ਤਾਂ ਕੋਈ ਨਹੀਂ। ਸਾਡਾ ਤਾਂ ਮੈਨੂੰ ਤਾਂ ਸਾਫ਼ ਚਾਹੀਦਾ ਕੀ ਮਾਰੇ, ਸਾਨੂੰ ਤਾਂ ਨਹੀਂ ਪਤਾ ਕਿਉਂ ਮਾਰੇ। ਕੋਈ ਐਸੀ ਕਿਹੜੀ ਖਾਸ ਗੱਲ ਕੋਈ ਜਿੰਨੇ ਵਿੱਚ ਮਾਰੇ। ਸਹੀ। ਪਹਿਲੇ ਵੀ ਕੋਈ ਪਤਾ ਲੱਗਾ ਕੋਈ ਝਗੜਾ ਹੋਇਆ ਇਹਨਾਂ ਦਾ ਆਪਸ ਚ? ਤੁਹਾਨੂੰ ਕਦੀ ਪਤਾ ਲੱਗਾ? ਵੀ ਬਰਾਤ ਨਾਲ ਗਏ ਨੇ, ਉਸ ਵੱਡੇ ਭਰਾ ਨਾਲ ਕੋਈ ਝਗੜਾ ਹੋਇਆ ਥੋੜਾ ਬਹੁਤਾ। ਉਹਦੀ ਬਰਾਤ ਨਾਲ ਜਾਣਦੇ ਬਸ ਝਗੜਾ ਹੋਇਆ ਨੇ। ਸਾਨੂੰ ਤਾਂ ਨਹੀਂ ਪਤਾ ਕਿਤੇ ਲੋਕੀ ਦੱਸਦੇ। ਬਸ ਉਹ ਹਿਸਾਬ ਨਾਲ ਉਹਨਾਂ ਕੋਈ ਉਹਦੇ ਘਰ ਸੱਦਿਆ, ਕੁੱਤ ਨੰਦਾ ਘਰ ਨੂੰ ਪਤਾ ਲੱਗੀ ਮਸਲਾ ਬਣ ਹੋਇਆ। ਇਹ ਚ ਲੈ ਗਏ ਨੇ ਉੱਥੇ ਜਾ ਕੇ ਬਾਹਰ ਛੱਡਿਆ ਨੇ। ਕਿੱਥੇ ਲੈ ਗਏ? ਆਪਦੇ ਘਰ। ਕਿੰਨੀ ਦੂਰ ਹੈ ਤੁਹਾਡੇ ਤੋਂ ਘਰ? ਆ ਪਿਛਲੇ ਪਾਸੇ ਤੀਸਰੀ ਗਲੀ ਦੇ ਉੱਤੇ, ਬਿਲਕੁਲ ਨਾਲ ਹੀ ਹੈ ਘਰ ਤੱਕ। ਅੱਛਾ, ਤੇ ਉਹਨਾਂ ਪੁੱਛਿਆ ਵੀ ਸਾਡਾ ਮੁੰਡਾ ਇੱਥੇ ਤੂੰ ਮਹਿਲ ਬੰਦ ਹੈ, ਸਾਨੂੰ ਕੋਈ ਪਤਾ ਹੋਵੇ? ਉਹਨਾਂ ਸਾਨੂੰ ਕੋਈ ਪਤਾ ਨਹੀਂ। ਫਿਰ ਸਾਡੇ ਮੁਦਈ ਬਣੇ, ਪਰ ਸਾਡੇ ਨਾਲ ਟੁਰਿਆ ਫਿਰੇ ਰਾਤ ਪਾਸੇ। ਫਿਰ ਕਸਮ ਦਿੱਤੀ, ਕੁਰਾਨ ਚੁੱਕਿਆ ਇਹਨੇ। ਆਪ ਫਿਰ ਰਹੇ ਤੁਹਾਡੇ ਨਾਲ? ਹਾਂ, ਸਾਡੇ ਨਾਲ ਮੁਲਜ਼ਮ? ਹਾਂਜੀ। ਅੱਛਾ, ਸਾਡੇ ਕੋਲ ਮੈਨੂੰ ਸਾਧ ਕੇ ਘਰ ਲੈ ਗਏ। ਬਰਾਤੀ ਜਾ ਗਈ ਸੀ ਨਾ। ਅੱਛਾ। ਮੈਨੂੰ ਆਂਦਾ ਕਿ ਚਾਚਾ, ਮੈਨੂੰ ਮਾਮਾ ਸੱਦੇ ਸੀ। ਮਾਮਾ, ਸਾਨੂੰ ਤੇਰੇ ਮੁੰਡੇ ਦਾ ਕੋਈ ਪਤਾ ਨਹੀਂ, ਤੇਰਾ ਮੁੰਡਾ ਦਾ ਸਾਡੇ ਕੋਲ। ਮੈਂ ਕਿਹਾ ਤੁਸੀਂ ਬੇਲੀ ਬਰਾਬਰ, ਤੈਨੂੰ ਪਤਾ ਹੁਣ ਕਿਹੜੇ ਪਾਸੇ ਗਿਆ? ਤਾਂ ਉਹਦਾ ਮੋਬਾਈਲ ਬੰਦ ਹੈ, ਜ਼ੰਦਾ। ਸਾਡੇ ਕੁਰਾਨ ਚ ਵਾਲਾ ਸਰ ਨਿਆਂ ਲੈ ਲਾ, ਕਸਮ ਦਿੱਤੀ ਉਹਨਾਂ ਨੇ। ਕਸਮ ਦੇ ਕੇ ਘਰ ਆ ਕੇ ਲੈ ਕੇ, ਮੈਂ ਕਿਹਾ ਚਲੋ ਅਸੀਂ ਹੋਰ ਲੱਭਣੇ ਹੌਲੀ ਹੌਲੀ। ਅੱਲਾ ਤੋਂ ਕਸਮ ਹੀ ਸਾਨੂੰ ਉਹਨਾਂ ਨੂੰ ਲੈ ਕੇ ਬਹਿ ਗਏ। ਅੱਛਾ, ਕਸਮ ਦੇ ਦਿੱਤੀ, ਤੁਸੀਂ ਮੰਨ ਲਿਆ? ਅਸੀਂ ਮੰਨ ਲਿਆ ਸੀ। ਘਰ ਆਈ ਤੂੰ ਲੱਭ ਪੁਲਿਸ ਨੂੰ ਨਹੀਂ ਦੱਸਿਆ? ਮੇਰਾ ਮਤਲਬ ਅਗਵਾ ਦਾ ਪਰਚਾ ਕਰਾਇਆ ਤੁਸੀਂ? ਪਰਚਾ ਸਲਾਹ ਦਿੱਤੀ ਸੀ ਥਾਣੇ। ਅੱਛਾ, ਉਹਨੂੰ ਨਹੀਂ ਦੱਸਿਆ ਸੀ, ਸਲਾਹ ਦਿੱਤੀ ਸੀ। ਅੱਛਾ। ਤੇ ਤਾਂ ਪਤਾ ਲੱਗਾ ਇੱਕ ਵਾਰੀ ਸ਼ਾਮ ਨੂੰ ਦਰਿੰਦਰੇ ਮਾਰ ਕੇ ਨਿਕਲ ਗਏ ਨੇ। ਤੇ ਲੰਬਰਦਾਰ ਨੂੰ ਸੱਦਿਆ ਸੀ, ਸਾਡੇ ਕੋਲ ਬੈਠਾ ਲੰਬਰਦਾਰ ਸੱਦਿਆ ਵੀ, ਉਹ ਦੰਦੇ ਮਾਰ ਕੇ ਨਿਕਲ ਗਏ। ਸ਼ੱਕ ਦੀ ਬੁਝਾਰ ਇਹ ਮੁੜ ਲੈ ਕੇ ਗਿਆ ਬੰਦੇ ਨਾਲ ਨਾ ਜਾ ਕੇ ਵੇਖਿਆ, ਅੱਗੋਂ ਪਿੱਛੇ ਵੇਖਿਆ, ਤੁਰੇ ਫਿਰੇ ਨੇ। ਉੱਤੇ 16 ਦੀ ਲਾਇਆ, ਉੱਤੇ ਲਾ ਕੇ 16 ਲਾ ਕੇ ਥੱਲੇ ਨੱਪਿਆ। ਇੱਟਾਂ ਪੋਲੀਆਂ ਸੀ, ਇਹਨੇ ਪੈਰ ਉੱਤੇ ਇਹਨਾਂ ਕਾ ਥਾਂ ਪੋਲਾ, ਉਹ ਪੱਟਣ ਲੱਗ ਪਿਆ। ਇੰਨਾ ਟਵੈਕ ਦੇ ਵਿੱਚੋਂ ਨਿਕਲ ਆਇਆ ਘਰ ਦੇ ਵਿੱਚ ਹੀ? ਘਰ ਦੇ ਵਿੱਚ ਹੀ। ਤੇ ਕਿੰਜ ਪੱਟਣ ਲੱਗ ਗਏ? ਕਿਹਦੀ ਇਤਲਾ ਤੇ ਪੱਟਣ ਲੱਗ ਗਏ? ਪਤਾ ਸੀ ਇੱਥੇ ਤੁਹਾਡਾ ਮੁੰਡਾ ਹੈ? ਨਹੀਂ। ਫੇਰ ਕਿਉਂ ਪੱਟਣ ਲੱਗ ਗਏ? ਆਪੇ ਬੰਦੇ ਵੇਖ ਕੇ ਛੱਡ ਕੇ ਚਲੇ ਗਏ, ਨੱਚ ਗਏ ਸਾਰੇ। ਇਹ ਨਵੀਦ ਬੇਟਾ ਤੁਹਾਡਾ ਮਦਈ ਹੈ? ਹਾਂਜੀ। ਇਹਨੂੰ ਦਵੋ ਜ਼ਰਾ ਮਾਈਕ। ਮੈਂ ਰਾਤ ਤੋਂ ਬੱਚਾ ਸਾਡਾ ਗਾਇਬ ਹੋਇਆ ਭਾਈ ਮੇਰਾ। ਅੱਛਾ। ਬਸ 9:15 ਵਜੇ ਗਾਇਬ ਹੋਇਆ। 10:30 ਵਜੇ ਮੈਂ ਚੌਂਕ ਲਵਾ ਗਿਆ। ਕਿਹੜੀ ਜੁਮੇਰਾਤ ਨੂੰ? ਪਿਛਲੀ ਜੁਮੇਰਾਤ। ਅੱਛਾ। 4 ਤਰੀਕ ਦੀ ਜੁਮੇਰਾਤ। ਅਸੀਂ ਆਣ ਕੇ ਮੈਂ ਸੰਭਾਲ ਲਿਆ। ਮੈਂ ਆਖਿਆ ਗਿਆ ਤੇ ਕਿਤੇ ਬਾਹਰ ਨਿਕਲਿਆ ਹੋਏਗਾ। ਮੈਂ ਜਾ ਕੇ ਪੈ ਗਿਆ। ਮੈਂ ਰਾਤੀ 2-3 ਵਜੇ ਉੱਠਿਆ। ਮੈਂ ਫਿਰ ਵੇਖਿਆ ਮੰਜੀ ਤੇ ਕੋਈ ਨਹੀਂ। ਮੈਂ ਫੋਨ ਕੀਤਾ, ਨੰਬਰ ਬੰਦ ਜਾ ਰਿਹਾ ਸੀ। ਮੈਂ ਕਿਹਾ ਉਸੇ ਦਾ ਫੋਨ ਆਇਆ ਹੋਵੇ, ਡਿਊਟੀ ਤੇ ਚਲਾ ਗਿਆ ਹੋਵੇ। ਉਸ ਦਿਨ ਉਹਦੀ ਰੈਸਟ ਸੀ। ਇਹ ਸਾਹਮਣੇ ਹੀ ਫੈਕਟਰੀ 'ਚ ਜਾਂਦਾ ਸੀ? ਅੱਛਾ। ਅੱਗੋਂ ਸਵੇਰੇ ਅੱਬੂ ਆਇਆ ਇਹਦਾ, ਤੇ ਕੋਈ ਐਸੀ ਇਸ ਪਾਸੇ ਤਵੱਜੋ ਨਹੀਂ ਦਿੱਤੀ ਕਿ ਵੀ ਮੁੰਡਾ ਸਾਡਾ ਕਿੱਧਰ ਗਿਆ ਕਿੱਧਰ ਨਹੀਂ। ਪਹਿਲੇ ਵੀ ਚਲਾ ਜਾਂਦਾ ਸੀ ਇੰਜੀ ਕਾਰੋਬਾਰ? ਕਦੇ ਗਿਆ ਹੀ ਨਹੀਂ ਸੀ ਏਡਾ ਲੰਮਾ। ਅੱਛਾ। ਅੱਬੂ ਮੇਰੇ ਨੂੰ ਨਹੀਂ ਸੀ ਪਤਾ। ਸ਼ਾਮ ਨੂੰ ਉਹਦਾ ਮਾਸਟਰ ਆ ਜਾਂਦਾ ਅੱਬੂ ਮੇਰੇ ਕੋਲ ਵੀ ਬੱਚਾ ਡਿਊਟੀ ਤੇ ਨਹੀਂ ਆਇਆ। ਇਹਨੇ ਮੈਨੂੰ ਫੋਨ ਕੀਤਾ ਕਿ ਵੀ ਵਕੀਲ ਹਸਨ ਕਿੱਥੇ?
ਕਿ ਵੀ ਉਹ ਤਾਂ ਕੱਲ ਦਾ ਘਰ ਹੀ ਕੋਈ ਨਹੀਂ ਹੈਗਾ। ਕਿੰਨੇ ਕੀਤਾ ਫੋਨ? ਅੱਬੂ ਮੇਰੇ ਨੇ ਅੱਛਾ ਮੈਨੂੰ ਕੀਤਾ। ਅੱਛਾ ਮੈਂ ਕਿਹਾ ਵੀ ਉਹਦਾ ਨੰਬਰ ਵੀ ਬੰਦ ਹੈ। ਉੱਥੋਂ ਅਸੀਂ ਤਲਾਸ਼ ਕਰਨਾ ਸ਼ੁਰੂ ਕਰਤਾ। ਠੀਕ ਹੈ। ਤਲਾਸ਼ ਕਰਦਿਆਂ ਮੇਰਾ ਜਿਹੜਾ ਵੱਡਾ ਭਾਈ ਹੈ ਨਾ, ਉਹਨੂੰ ਸ਼ੱਕ ਉੱਧਰ ਗਿਆ ਕਿਉਂਕਿ ਬੇਲੀ ਸਾਲ ਉਹਨਾਂ ਜ਼ਿਆਦਾ। ਉਹਨੇ ਕਿਹਾ ਚੱਲ ਮੈਂ ਉੱਧਰ ਪੁੱਛ ਕੇ ਆਣਾ। ਉਹ ਉੱਧਰ ਚਲੇ ਗਿਆ। ਉਹਨੇ ਜਾ ਕੇ ਉਹਨਾਂ ਨੂੰ ਆਖਿਆ ਕਿ ਵੀ ਮੁੰਡਾ ਤੁਹਾਡੇ ਨਾਲ ਆਇਆ ਹੈ, ਤੁਹਾਡੇ ਲਈ ਆਇਆ ਹੈ, ਤੇ ਤੁਸੀਂ ਦੱਸੋ। ਬੇਲੀ ਸੱਜਣ ਦੱਸ ਜਾਂਦੇ ਹੁੰਦੇ ਨੇ ਇੱਕ ਦੂਜੇ ਨੂੰ ਵੀ ਇੱਧਰ ਗਿਆ ਹੈ, ਅਸੀਂ ਪਰੇਸ਼ਾਨ ਹੁੰਦੇ ਨੇ। ਉਹਦੇ ਦੋਸਤ ਦੇ ਘਰ ਚਲਾ ਗਿਆ ਭਰਾ। ਠੀਕ ਹੈ। ਉਹਨੇ ਕੋਈ ਥੋੜਾ ਜਿਹਾ ਕੋਈ ਬੁਲਾਵਾ ਕੀਤਾ, ਭਾਈਆ ਮੇਰਾ ਥੋੜਾ ਜਿਹਾ ਉਹਦੇ ਨਾਲ ਗਰਮ ਹੋਇਆ, ਗਰਮ ਹੋ ਕੇ ਪਿਛਾ ਮੁੜਿਆ। ਰਾਤ ਦਾ ਬਸ ਸਮਰਾ ਸੀ। ਅੱਗੇ ਫਿਰ ਸਵੇਰੇ ਸਾਰੇ ਉਹ ਇੱਧਰ ਸਾਡੇ ਲਈ ਆ ਗਏ। ਉਹ ਕੌਣ ਆ ਗਏ? ਉਜਰਮ। ਅੱਛਾ ਕੀ ਨਾਮ ਕੀ ਹੈ? ਸਰਫਰਾਜ ਹੋਣੀ। ਇੱਥੋਂ ਆਣ ਕੇ ਅੱਬੂ ਮੇਰਾ ਉੱਧਰ ਬੈਠਾ ਸੀ, ਮੈਨੂੰ ਉਠਾਇਆ, ਮੇਰੀ ਅੰਮੀ ਨੂੰ ਉਠਾਇਆ, ਮੇਰੇ ਭਾਈ ਵੱਡੇ ਨੂੰ ਵੀ। ਅਸੀਂ ਤਿੰਨੇ ਜਾ ਰਹੇ ਹਾਂ ਅੱਗੋਂ। ਅੱਬੂ ਨੂੰ ਵੀ ਲੈ ਕੇ ਉੱਧਰ ਚਲੇ ਗਏ। ਉੱਧਰ ਘਰ ਚਲੇ ਗਏ। ਉਹਨਾਂ ਨੇ ਚਾਹ ਵੀ ਮੰਗਾਈ ਹੈ। ਅੱਛਾ ਚਾਹ ਵੀ ਪਕਵਾਈ ਇਹਨਾਂ। ਸਹੀ ਹੈ। ਲੇਕਿਨ ਇਹ ਨਹੀਂ ਸੀ ਇਲਮ ਕਿ ਵੀ ਇਹ ਸਾਡਾ ਮੁੰਡਾ ਖਾਧੀ ਬੈਠੇ ਨੇ ਪਹਿਲੇ। ਉਹਨਾਂ ਨੇ ਆਖਿਆ ਕਿ ਵੀ ਤੁਹਾਡਾ ਮੁੰਡਾ ਰਾਤੀ ਆਇਆ ਤੇ ਉਹ ਬਾਵਾ ਗਰਮ ਹੁੰਦਾ ਪਿਆ ਸੀ। ਅਸੀਂ ਅੱਬੇ ਮੇਰੇ ਨਾਲ ਦੇ ਮਾਮਾ ਗੱਲ ਸੁਣ ਮੇਰੀ, ਅਸੀਂ ਸਾਡੇ ਕੋਲ ਮੁੰਡਾ ਤੁਹਾਡਾ ਕੋਈ ਨਹੀਂ ਨਾ, ਸਾਨੂੰ ਇਲਮ ਹੈਗਾ। ਇਹ ਕੋ ਦੂਸਰੇ ਦਿਨ ਦੀ ਗੱਲ ਹੈ, ਹਫਤੇ ਦੀ। ਅੱਛਾ 2 ਦਿਨ ਬਾਅਦ ਦੀ? ਹਾਂਜੀ 2 ਦਿਨ ਬਾਅਦ ਦੀ। ਉਹਨਾਂ ਨੇ ਆਖਿਆ ਕਿ ਵੀ ਸਾਡੇ ਤੋਂ ਕੁਰਾਨ ਲੈ ਲਓ, ਸਾਡੇ ਕੋਲ ਜ਼ਮੀਨ ਦੀ ਰਜਿਸਟਰੀ ਲੈ ਲਓ, ਸਾਡੇ ਕੋਲ ਨਿਆਂ ਜਿੱਥੇ ਦਿਲ ਕਰਦਾ ਹੀ ਲੈ ਲਓ। ਤੇ ਅੱਬੂ ਮੇਰਾ ਚੁੱਪ ਸੁਣਦਾ ਰਿਹਾ, ਅਸੀਂ ਵੀ ਸੁਣਦੇ ਰਹੇ। ਉਹਨਾਂ ਨੇ ਆਪਦਾ ਦੇ ਦਿੱਤਾ ਨਿਆਂ। ਅੱਬੂ ਮੇਰੇ ਨੇ ਆਖਿਆ ਵੀ ਤੁਹਾਡਾ ਨਿਆਂ ਹੋ ਗਿਆ ਤੇ ਠੀਕ ਹੈ, ਅਸੀਂ ਘਰ ਨੂੰ ਚਲੇ ਜਾਂਦੇ ਹਾਂ। ਅਸੀਂ ਘਰ ਆ ਗਏ ਹਾਂ ਤੇ ਸਾਡੇ ਨਾਲ ਤਲਾਸ਼ ਵੀ ਕਰਦੇ ਪਏ। ਅੱਛਾ ਹਾਂਜੀ ਆ ਕਮਾਨ ਦੇ ਫਰੋਲੇ ਨੇ, ਹਾਸਾ ਪਾਸਾ ਟੁਰੇ ਆ ਜਿਵੇਂ ਮਸਾ ਕਿ ਜਿੰਨਾ ਤਲਾਹ ਦੇਣੀ ਸੀ ਅਸੀਂ ਸਾਰੇ ਪਾਸੇ ਟੁਰੇ ਆ। FIR ਕਰਾਤੀ ਸੀ ਉਦੋਂ ਤੁਸੀਂ? ਨਹੀਂ ਉਦੋਂ FIR ਨਹੀਂ ਸੀ ਕਰਾਈ। ਅੱਛਾ ਬਸ ਵੈਸੇ ਤਲਾਸ਼ ਕਰ ਰਹੇ ਉਂਝ ਹੀ ਲੱਭ ਰਹੇ ਸੀ। 2 ਦਿਨ ਗੁਜ਼ਰ ਗਏ ਸੀ ਵੀ ਹੋ ਸਕਦਾ ਹੈ ਵੀ ਉਹ। ਫਿਰ ਅਸੀਂ ਡਾਟਾ ਕਢਾਇਆ। ਅੱਛਾ ਅਸੀਂ ਕਿ ਇੱਥੇ ਚੌਂਕੀ ਗਏ ਸੀ, ਚੌਂਕੀ ਵਾਲਿਆਂ ਨੇ ਡਾਟਾ ਕਢਾਇਆ ਸੀ ਤੇ ਡਾਟੇ ਦੇ ਹਿਸਾਬ ਨਾਲ ਇੱਥੇ ਹੀ ਇਸੇ ਟਾਵਰਾਂ ਦਾ ਕਨੈਕਟ ਤੇ ਬੰਦ ਹੁੰਦਾ ਪਿਆ ਸੀ ਮੋਬਾਈਲ। ਇੱਥੋਂ ਤੋਂ ਬਾਹਰ ਤਾਂ ਗਿਆ ਹੀ ਨਹੀਂ ਸੀ, ਨਾ ਐਡਾ ਲੰਮਾ ਜਾਂਦਾ, ਨਾ ਕਿਸੇ ਰਿਸ਼ਤੇਦਾਰੀ ਤੇ ਜਾਂਦਾ। ਸਾਡੇ ਨਾਲ ਤਲਾਸ਼ ਕਰਦੇ ਰਹੇ ਨੇ। ਵਕਤ ਗੁਜ਼ਰਦਾ ਗਿਆ, ਦਿਹਾੜੀ ਹੋਰ ਗੁਜ਼ਰ ਗਈ। ਅੱਗੋਂ ਆ ਗਈ ਏ ਬੁੱਧ ਦੀ ਰਾਤ, ਬਸ ਬੁੱਧ ਦਾ ਦਿਨ ਆ ਗਿਆ। ਅਸੀਂ ਚੌਂਕੀ ਗਏ। ਅਸੀਂ ਆਖਿਆ ਵੀ ਅਸੀਂ ਤਾਂ ਖੱਪ ਗਏ ਹਾਂ ਤੇ ਸਾਨੂੰ ਤਾਂ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ। ਉਹਨਾਂ ਕਿਹਾ ਵੀ ਤੁਸੀਂ FIR ਦਿਓ, ਮਸਲ ਦਰਖਾਸਤ ਲਿਖ ਕੇ ਦਿਓ, ਅਸੀਂ ਪਰਚਾ ਕਰਨੇ ਤੁਹਾਨੂੰ ਜਿੰਦਾ ਤੇ ਸ਼ੱਕ ਹੈਗਾ ਅਸੀਂ ਚੁੱਕ ਲਿਆਉਣੇ ਆ। ਸਾਨੂੰ ਸ਼ੱਕ ਕਹਿੰਦੇ ਤੇ ਸੀ, ਸਾਨੂੰ ਕਿਸੇ ਤੇ ਵੀ ਨਹੀਂ, ਕਿਉਂਕਿ ਅਸੀਂ ਹੱਥੇ ਤੇ ਦਿੱਤਾ ਕੋਈ ਨਹੀਂ ਸੀ ਤੇ ਇਹ ਇਲਮ ਕੋਈ ਨਹੀਂ ਸੀ ਕਿ ਵੀ ਇਹਨਾਂ ਕੋਲ। ਅਸੀਂ ਇਹ ਦਰਖਾਸਤ ਦਿੱਤੀ, ਉਹਨਾਂ ਨੇ ਸ਼ਾਮੀ ਪਰਚਾ ਕੱਢ ਦਿੱਤਾ। ਸਵੇਰੇ ਸਾਨੂੰ ਉਹਦੀ FIR ਮਿਲ ਗਈ। ਠੀਕ ਹੈ। ਅਗਵਾ ਦੀ? ਹਾਂਜੀ ਠੀਕ ਹੈ। ਅਗਵਾ ਦੀ ਇਹ ਬੁੱਧ ਨੂੰ ਕਰਾਈਏ ਤੁਸੀਂ? ਹਾਂਜੀ ਬੁੱਧ ਵਾਲੇ ਦਿਨ ਅਸੀਂ ਇਹ FIR ਮਤਲਬ 6 ਦਿਨ ਬਾਅਦ? ਹਾਂਜੀ ਜਦੋਂ ਦਾ ਲਾਪਤਾ ਹੋਇਆ ਜੀ। ਠੀਕ ਹੈ। ਅੱਗੋਂ ਜੁਮੇ ਰਾਤ ਵਾਲੇ ਦਿਨ ਅਸੀਂ ਘਰੇ ਪੜ੍ਹਾਈ ਕਰਾ ਰਹੇ ਸੀ। ਜੁਮੇ ਰਾਤ ਵਾਲੇ ਦਿਨ ਘਰੇ ਪੜ੍ਹਾਈ ਕਰਾ ਰਹੇ ਸੀ ਕਿ ਲੱਭ ਜੇ? ਹਾਂਜੀ ਲੱਭ ਜਾਵੇ। ਉਸ ਤੋਂ ਪਹਿਲੇ ਵੀ ਕਰਵਾਈ ਸੀ। ਅੱਛਾ ਉਸ ਦਿਨ ਵੀ ਕਰਵਾ ਰਹੇ ਸੀ। ਉਹਨਾਂ ਦੀ ਜਨਾਨੀਆਂ ਇੱਧਰ ਆਈਆਂ ਹੋਈਆਂ ਸੀ, ਮੁਲਜ਼ਮਾਂ ਦੀਆਂ? ਮੁਲਜ਼ਮਾਂ। ਅੱਛਾ ਇੱਥੇ ਉਹ ਬੈਠੀਆਂ ਰਹੀਆਂ ਨੇ ਤੇ ਮੁੰਡਾ ਆਪਣਾ ਚਾਚੂ ਹੀ ਹੈਗਾ, ਇੱਥੋਂ ਰਾਈ ਹੈਗਾ ਸੀ। ਉਹਨੇ ਆਣ ਕੇ ਆਵਾਜ਼ ਦਿੱਤੀ, ਉਹਨੇ ਕਿਹਾ ਤਾਲਬ ਤੇਰਾ ਬੱਚਾ ਖੜਿਆ ਗਿਆ। ਅੱਬੂ ਮੇਰੇ ਨੂੰ ਕਿਹਾ। ਅੱਛਾ ਤੇ ਆਪਣਾ ਟਾਵਰਾਂ ਕਨੈਕਟਰ ਨਾਲ ਵੀ ਇੱਥੇ ਹੀ ਮਸਲ ਕੇ ਗਾਇਬ ਹੁੰਦਾ ਪਿਆ। ਤੇ ਤੁਸੀਂ ਕਿਉਂ ਨਹੀਂ ਜੇ ਕਰਦੇ, ਤੁਸੀਂ ਸਾਰੀ ਤਲਾਸ਼ੀ ਲੈ ਲਓ। ਜੇ ਉਤਨੇ ਨੂੰ ਇੱਕ ਹੋਰ ਬੰਦਾ ਬੋਲੋਗਾ, ਉਹਨੇ ਕਿ ਤਲਾਸ਼ੀ ਚ ਵੀ ਨਹੀਂ ਲੱਭਦਾ, ਕੁੱਤੇ ਲੈ ਆਉਣੇ। ਉਹ ਜਨਾਨੀਆਂ ਸੁਣਦੀਆਂ ਪਿਆ। ਉਹ ਇੱਥੋਂ ਨਿਕਲੀਆਂ ਨੇ ਪੜ੍ਹਾਈ ਪੜੂਈ ਕਰਾ ਕੇ। ਉਹਨਾਂ ਕਿਤੇ ਕਰ ਜਾ ਕੇ ਜ਼ਿਕਰ ਕੀਤਾ ਉਹਨਾਂ ਵੀ ਉਹ ਆ ਪ੍ਰੋਗਰਾਮ ਬਣਾਉਂਦੇ ਫਿਰ ਵਿੱਚ ਫਿਰ ਸ਼ੋਅ ਵੀ ਤੇ ਲੈਂਦੇ ਰਹੇ ਨੇ। ਉਹ ਘਰੋਂ ਨੱਸਦੇ ਨੇ। ਮੇਰੀ ਫੁੱਫੀ ਉਧਰੋਂ ਕੋਈ ਸ਼ਹਿਰ ਲੈਣ ਗਈ ਹੈ, ਅੱਗੋਂ ਤਾਲੇ ਵੱਜੇ ਪਏ ਸਨ ਤੇ ਫੁੱਫੀ ਮੇਰੀ ਨੇ ਘਰ ਆਣ ਕੇ ਇੱਥੇ ਜ਼ਿਕਰ ਕੀਤਾ। ਚਾਚੂ ਲੰਬਰਦਾਰ ਵੀ ਇੱਥੇ ਬੈਠਾ ਸੀ, ਹੋਰ ਵੀ ਅਸੀਂ ਮੁੰਡੇ 10-12 ਜਣੇ ਬੈਠੇ ਹੋਏ ਸੀ। ਇਹੀ ਪ੍ਰੋਗਰਾਮ ਕਰ ਰਹੇ ਸੀ, ਕਿਹੜੇ ਪਾਸੇ ਗਿਆ ਲੱਭ ਰਹੇ ਸੀ, ਤਲਾਸ਼ ਜੂ ਕਰ ਰਹੇ ਸੀ। ਤੇ ਉਵੇਂ ਹੀ ਜਦ ਲੰਬਰਦਾਰ ਵੀ ਸਾਡੇ ਨਾਲ ਚਲੇ ਗਿਆ। ਲੇਕਿਨ ਇਸ ਚੀਜ਼ ਦਾ ਸਾਨੂੰ ਫਿਰ ਵੀ ਕੋਈ, ਅਸੀਂ ਇਹ ਸੋਚ ਕੀਤੀ ਕਿ ਵੀ ਸ਼ਾਇਦ ਕਿਸੇ ਬਹੁਤ ਕਿਤੇ ਚਲੇ ਗਏ। ਹਾਂ ਕਿਸੇ ਕੰਮ ਚਲੇ ਗਏ ਹੋਣੇ, ਕਿਉਂਕਿ ਸਾਨੂੰ ਨਿਆਂ ਦਿੱਤਾ ਹੈ ਸੀ ਉਹਨਾਂ। ਪੁਰਾਣੇ ਪਾਕ ਦਾ ਨਿਆਂ ਸਾਡੇ ਤੋਂ ਮੁਸਲਮਾਨ ਵਾਸਤੇ ਤਾਂ ਬੜੀ ਵੱਡੀ ਸ਼ੈ, ਬੜੀ ਵੱਡੀ ਸ਼ੈ। ਅਸੀਂ ਤਾਂ ਉਹਦੇ ਨਾਲ ਮਿਲ ਵੀ ਨਹੀਂ ਸਕਦੇ। ਸਾਨੂੰ ਨਿਆਂ ਦੇ ਚੁੱਕੇ ਹੋਏ ਸਨ।
ਫਿਰ ਉਹਨਾਂ ਦੀ ਮਾਵਾਂ ਵੀ ਕੁਰਾਨ ਚੁੱਕਿਆ ਹੋਇਆ ਸੀ, ਮਾਂ ਹੁੰਦੀ ਨੇ ਨਹੀਂ ਹੁੰਦੀਆਂ ਮਸਕ ਜਿਹੜੀਆਂ ਘਰ ਜੀ ਹੈਗੇ ਸੀ ਉਹਨਾਂ ਵੀ ਚੁੱਕਿਆ ਹੋਇਆ ਸੀ। ਫਿਰ ਅਸੀਂ ਤਾਂ ਨਹੀਂ ਨਾ ਇੰਨੀ ਸੋਚ ਕਰਦੇ। ਅਸੀਂ ਪਹਿਲੇ ਸ਼ੱਕ ਕਿਉਂ ਗਿਆ ਨਵੀਦ ਉਹਦੇ ਤੇ, ਜਿਹੜਾ ਉਹਨਾਂ ਨੇ ਕੁਰਾਨੇ ਪਾਕ ਤੇ ਨਿਆਂ ਦਿੱਤਾ, ਕਿਉਂ ਗਿਆ ਸੀ ਸ਼ੱਕ? ਕਿਉਂਕਿ ਦੋਸਤ ਸੀਗਾ ਨਾ, ਉਹਨੂੰ ਸਿਰ ਪੁੱਛਿਆ ਸੀ ਕਿ ਕਿੱਥੇ ਗਏ? ਹਾਂ ਵੀ ਸ਼ਾਇਦ ਤੁਹਾਨੂੰ ਕਿਤੇ ਦੱਸ ਕੇ ਗਿਆ ਹੋਵੇ। ਇਹ ਜਿਹੜੇ ਫਿਰ ਅਸੀਂ ਉੱਧਰ ਗਏ ਆ, ਜਦ ਲੰਬਰਦਾਰ ਨੇ ਵੀ ਸ਼ਾਮ ਵਾਲੇ ਅਸੀਂ ਬਸ ਉੱਧਰ ਪਹੁੰਚ ਗਏ, ਉੱਧਰ ਚਲੇ ਗਏ, ਸਾਰਾ ਦੇਖਿਆ। ਦੇਖ ਕੇ ਤੇ ਜਦੋਂ ਅਸੀਂ ਆ ਗਏ ਨਾ ਸੁਲੰਗ ਤੇ, ਮੁੰਡਿਆਂ ਨੇ ਆਖਿਆ, ਉਹਨਾਂ ਕਿ ਯਾਰ ਸੁਲੰਗ ਸਾਰਾ ਤਾਜ਼ਾ ਲੱਗਾ ਹੋਇਆ, ਮਰਲੇ ਪੂਰੇ ਦੇ ਵਿੱਚ ਹੀ ਸੁਲੰਗ ਤਾਜ਼ਾ ਲੱਗਾ ਹੋਇਆ ਸੀ। ਸੋਲੰਕੀ ਮਸਕੇ ਇੱਟ ਲੱਗੀ ਹੋਈ ਸੀ, ਅੱਛਾ, ਇੱਟਾਂ ਲੱਗੀਆਂ ਹੋਈਆਂ ਸੀ। ਤੇ ਉਹਨਾਂ ਕਹੇ ਯਾਰ ਆਪਾਂ ਇਹਦੇ ਤੇ ਦੇਖੀਏ ਸਹੀ ਵੀ ਇਹ ਕੀ ਗੱਲ ਹੈ। ਉਹ ਅੜੀਆਂ ਉਡੀਆਂ ਮਾਰਦੇ ਫਿਰੇ, ਉਹ ਇੱਕ ਥਾਂ ਤੇ ਨਾ ਇੱਟ ਬਹਿ ਗਈ ਥੱਲੇ, ਅੱਛਾ, ਨਾਲ ਦੀ ਇੱਟ ਨੂੰ ਮਾਰੀ ਏਡੀ ਉਹ ਵੀ ਬਹਿ ਗਈ। ਉਹਦੇ ਚ ਲੰਬਰਦਾਰ ਵੀ ਸਾਡੇ ਨਾਲ ਸੀ, ਮੁੰਡਿਆਂ ਨੂੰ ਆਖਿਆ ਤਾਂ ਉਹਨਾਂ ਇੱਟਾਂ ਚੁੱਕ ਕੇ ਪਰਾਂ ਛੱਡ ਦਿੱਤੀ। ਤੇ ਪੜਦੇ ਜਦੋਂ ਥੱਲੇ ਗਏ ਆ, ਥੱਲੋਂ ਬਦਬੂ ਆਉਣ ਲੱਗ ਪਈ। ਹਫਤਾ ਪੂਰਾ ਹੋ ਗਿਆ ਸੀ, ਜੁਮੇਰਾਤ ਤੋਂ ਜੁਮੇਰਾਤ ਹੋ ਗਈ, ਹਫਤਾ ਹੋ ਗਿਆ ਸੀ। ਗੋ ਆਉਣ ਲੱਗ ਪਈ, ਜਦੋਂ ਗੋ ਆਉਣ ਲੱਗ ਪਈ ਤਾਂ ਉਸ ਵੇਲੇ ਥੱਲੋਂ ਗਏ ਆ ਤੇ ਕਪੜਾ ਦਾ ਨਜ਼ਰ ਆ ਗਿਆ। ਉੱਥੇ ਫਿਰ ਛੱਡ ਦਿੱਤਾ ਸੀ ਤੇ ਲੰਬਰਦਾਰ ਨੇ ਆਖਿਆ, ਉਹਨੇ ਕਿਹਾ ਛੱਡ ਦਿਓ। ਅਸੀਂ ਪੁਲਿਸ ਨੂੰ ਫੋਨ ਕੀਤਾ, ਪੁਲਿਸ ਆ ਗਈ, ਫਿਰ ਲੌਰੂ ਦੀ ਟੀਮ ਆ ਗਈ ਤੇ ਕਸੂਰੋਂ ਵੀ ਆ ਗਈ, ਉਹਨਾਂ ਫਿਰ ਸਾਨੂੰ ਕੱਢ ਕੇ ਦਿੱਤਾ। ਤੇ ਗੱਲ ਹੈ ਕਿ ਵੀ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ, ਸਾਨੂੰ ਇਨਸਾਫ ਮਿਲ ਜਾਵੇ, ਬੇਗੁਨਾਹ ਸਾਡਾ ਭਰਾ ਮਾਰ ਛੱਡੇ। ਮਾਂ ਜੀ ਬੜਾ ਅਫਸੋਸਨਾਕ ਵਾਕਿਆ ਹੈ, ਅੱਲਾਹ ਪਾਕ ਤੁਹਾਨੂੰ ਸਬਰ ਦੇਵੇ। ਕੀ ਅਪੀਲ ਹੈ ਤੁਹਾਡੀ, ਕੀ ਦਰਖਾਸਤ ਹੈ? ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਸਾਡੇ ਨਾਲ ਬੜੀ ਜ਼ਾਤੀ ਹੋ ਗਈ ਹੈ। ਸਾਡਾ ਬੱਚਾ ਬਹੁਤ ਖੂਬਸੂਰਤ ਸੀ, ਕਿਸੇ ਟਾਈਮ ਮੈਂ ਦਿਨ ਵੀ ਜਾਗ ਕੇ ਰਾਤ ਵੀ ਜਾਗ ਕੇ ਉਹਦੇ ਮੈਂ ਬੋਲਣੇ ਹੀ ਬੋਲ ਕੇ ਆ ਮੈਂ ਖੱਪ ਗਈ ਹਾਂ। ਮੈਨੂੰ ਨਾ ਕਹਿੰਦੇ ਨੇ ਆ ਪਾਗਲ ਹੋ ਗਈ ਹੈ, ਕਿਸੇ ਟਾਈਮ ਆਂਦੇ ਨੀਂਦ ਦੀਆਂ ਨੂੰ ਗੋਲੀਆਂ ਦੇ ਦਿਓ। ਮੇਰਾ ਬੱਚਾ ਕਿਸੇ ਟਾਈਮ ਨਹੀਂ ਮੈਨੂੰ ਭੁੱਲਦਾ, ਬਹੁਤ ਅੱਛਾ ਬੱਚਾ ਸੀ, ਨਾ ਚੋਰ ਨਾ ਯਾਰ ਨਾ ਪੂਰੇ ਮੱਲੇ ਕੋਲ ਕੁਛ ਨਾ ਇਸ ਤਰ੍ਹਾਂ ਦੀ ਉਹਦੇ ਵਿੱਚ। ਅਗਰ ਉਹ ਜਿਹੜੀਆਂ ਉਹਨਾਂ ਦੀਆਂ ਘਰ ਬੀਬੀਆਂ ਮਾਈਆਂ ਸਨ, ਉਹ ਵੀ ਹੁੰਦੀਆਂ ਮਾਵਾਂ ਬਜਾ ਸਨ, ਬੱਚੇ ਵਾਲੇ ਬੱਚੇਦਾਰ ਸਨ। ਆ ਨਹੀਂ ਵੀ ਕੋਈ ਬੱਚੀ ਉਹਨਾਂ ਦੀ ਵੀ ਸ਼ਾਦੀशुदा ਨਹੀਂ, ਸਾਰੀਆਂ ਵਾਲੀ ਬੱਚੇਦਾਰ ਸਨ। ਇਹ ਬੱਚਾ ਚਲਾ ਗਿਆ ਹੈ, ਉਹਨਾਂ ਬਸ ਆ ਵੇਖ ਲਓ ਵੀ ਉਹਨਾਂ ਜੋ ਕੁਛ ਕੀਤਾ। ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਇਨਸਾਫ ਅੱਲਾਹ ਤਾਲਾ ਕਰੇ। ਚੱਲ ਪਹਿਲਾਂ ਭਰਾ ਮਦਦ ਦੇਣ, ਤੁਸੀਂ ਦੇਵੋ, ਸਾਡੀ ਇਨਸਾਫ ਸਾਨੂੰ ਚਾਹੀਦੀ ਹੈ। ਅਗਰ ਅਸੀਂ ਕਿਸੇ ਟਾਈਮ ਵਿੱਚ ਜਦੋਂ ਨਸ਼ੇ ਨੇ 4 ਵਜੇ ਜੇ ਸਾਨੂੰ ਲੱਗ ਜਾਂਦਾ ਨਾ ਪਤਾ, ਬਾਵੇਂ ਅਸੀਂ ਮਾੜੇ ਤੋਂ ਮਾੜੇ ਸਾਨਾ, ਅਸੀਂ ਉਹਨਾਂ ਦੀ ਵੱਡਿਆਂ ਤੋਂ ਲੱਗ ਕੇ ਨਿੱਕਾ ਬੱਚਾ ਵੀ ਨਹੀਂ ਸੀ ਛੱਡਣਾ। ਦੂਸਰਾ ਕਦੇ ਅਸੀਂ ਕੋਈ ਚੀਜ਼ ਉਹਨਾਂ ਦੀ ਅੱਲਾ ਨਹੀਂ ਸੀ ਦੇਣੀ, ਲਾ ਜਿਲਾ ਉਹਨਾਂ ਦਾ ਜੁੱਗੇ ਵੀ ਦੇਣੇ ਸੀ। ਬਹਰਹਾਲ ਅਸੀਂ ਫੁੱਲ ਚ ਮਾਰੇ ਗਏ, ਸਾਨੂੰ ਨਵਸਾ ਲਿਆ, ਸਾਰਿਆਂ ਜੀਆਂ ਨੂੰ ਸਾਨੂੰ ਨਵਸਾ ਕੇ ਉਹ ਨਸ ਗਏ। ਅਸੀਂ ਮੁੜ ਉਹਨਾਂ ਦਾ ਖਿਆਲ ਛੱਡਿਆ, ਚੱਲ ਅਸੀਂ ਆਖਿਆ ਇੱਧਰੋਂ ਵੇਖੋ ਸ਼ਾਇਦ ਉਹ ਸ਼ਾਇਦ ਨਾ ਹੀ ਆਪਣੇ ਚੋਰ ਹੋਣ। ਅੱਲਾਹ ਪਾਕ ਕਰਮ ਕਰੇ। ਅੱਛਾ ਭਾਈ, ਮਹੱਲੇਦਾਰ ਤੁਸੀਂ ਕੀ ਵੇਖਿਆ, ਕੀ ਹੋਇਆ ਸਭ ਕੁਝ ਤੇ ਕੀ ਕਿਰਦਾਰ ਅਦਾ ਕਰ ਰਹੀ ਹੈ ਪੁਲਿਸ? ਇਹਨਾਂ ਦਾ ਬੱਚਾ 4 ਤਰੀਕ ਨੂੰ ਗਾਇਬ ਹੋਇਆ ਸੀ ਤੇ ਉਹ ਮੇਰਾ ਸਾਰਾ ਦਿਨ ਲੱਭਦੇ ਰਹੇ। ਜਿਨ੍ਹਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਰਿਸ਼ਤੇਦਾਰ ਹੀ ਨੇ ਆਪਸ ਚ, ਤੇ ਉਹ ਮਿਲ ਕੇ ਇਹਨਾਂ ਨਾਲ ਲੱਭਦੇ ਵੀ ਰਹੇ। ਇਵੇਂ ਸ਼ੋਅ ਕਰਵਾਇਆ ਜਿਵੇਂ ਉਹਨਾਂ ਨੂੰ ਕੋਈ ਪਤਾ ਨਹੀਂ ਗਾ, ਕਿਉਂਕਿ ਰਿਸ਼ਤੇਦਾਰ ਸੀ ਇਹਨਾਂ ਨੂੰ। ਉਹਨਾਂ ਨੇ ਮਾਨ ਕੁਰਾਨ ਵੀ ਦੇ ਦਿੱਤਾ ਕਿ ਅਸੀਂ ਨਹੀਂ ਕੀਤਾ, ਸਾਡੇ ਤੋਂ ਘਰ ਦੀ ਰਜਿਸਟਰੀ ਵੀ ਲੈ ਲਓ ਬੇਸ਼ੱਕ, ਯਾਨੀ ਕਿਤਾ ਕਿਆਮਤ ਤੱਕ ਅਗਰ ਲੱਭ ਜਾਵੇ ਸਾਡੇ ਅਸੀਂ ਚੋਰ ਹੋਈਏ, ਸਾਡਾ ਘਰ ਤੁਹਾਡਾ। ਯਾਨੀ ਇਹਨਾਂ ਨੂੰ ਬੜਾ ਇਤਮਾਦ ਲਿੱਤਾ। ਤੇ ਜਦੋਂ ਉਹਨਾਂ ਨੂੰ ਕੋਈ ਥੋੜਾ ਜਿਹਾ ਸ਼ੱਕ ਹੋਇਆ, ਯਾਨੀ ਮਹੱਲੇਦਾਰੀ ਚ ਬੰਦਾ ਕਹਿ ਦਿੰਦਾ ਕਿ ਯਾਰ ਜਿੱਥੇ ਬੱਚੇ ਦਾ ਸਿਗਨਲ ਆਊਟ ਹੋ ਜਾਂਦੇ ਆਪਣਾ ਮੋਬਾਈਲ ਦੇ, ਤੇ ਤੁਸੀਂ ਉਹ ਇਹ ਹੀ ਏਰੀਆ ਬੰਦਾ ਸੀ। ਉਹ ਬਾਰ-ਬਾਰ ਕਿਸੇ ਨੇ ਮਹਿਫਲ ਚੋਂ ਕਹਿੰਦੇ ਯਾਰ ਕੁੱਤੇ ਲੈ ਆਈ, ਉਹਨਾਂ ਨੂੰ ਸ਼ੱਕ ਹੋਇਆ। ਬਸ ਉਹ ਫਿਰ ਜਦੋਂ ਨਿਕਲੇ ਨੇ ਤੇ ਸਾਨੂੰ ਪਤਾ ਚੱਲ ਗਿਆ ਵੀ ਵਾਕਈ ਇਹੀ ਚੋਰ, ਇਹੀ ਮੁਲਜ਼ਮ ਹੋ ਸਕਦੇ। ਫਿਰ ਸ਼ੱਕ ਤੇ ਬਿਨਾਂ ਤੇ ਤੁਸੀਂ ਤੇ ਉਹਨਾਂ ਦੇ ਫਿਰ ਘਰ ਦੀ ਜੋ ਤਲਾਸ਼ੀ ਲਿੱਤੀ ਤੇ ਉਹ ਤਾਜ਼ਾ ਸੋਲੰਗ ਲੱਗਾ ਹੋਇਆ ਸੀ। ਸੋਲੰਗ ਤੋਂ ਮਰਾਦ ਇੱਟਾਂ ਲੱਗੀਆਂ ਸੀ, ਫਰਸ਼ ਪੱਕਾ ਸੀ, ਉਹਦਾ ਥੋੜਾ ਜਿਹਾ ਨਰਮ ਸੀ। ਹਾਂ, ਤੇ ਉਹ ਜਿਹੜੇ ਬੰਦਾ ਕੋਲੋਂ ਦੀ ਗੁਜ਼ਰਿਆ, ਉਹਦਾ ਜਿਹੜਾ ਪਾਉਂ ਹੈ ਉਹ ਫਸ ਗਿਆ ਵਿੱਚ, ਤੇ ਥੋੜੀ ਮਿੱਟੀ ਪੱਟੀ ਤੇ ਮੈਂ ਨਹੀਂ ਪਤਾ। ਇਹਨਾਂ ਨਾਲ ਬੜੀ ਜ਼ੁਲਮ ਹੋਇਆ। ਉਸਮਾਨ ਗੁਲਜ਼ਾਰ ਸਾਹਿਬ ਨਾਲ, ਵਜ਼ੀਰ ਆਲਾ ਪੰਜਾਬ ਨਾਲ ਖਸੂਸੀ ਤੌਰ ਤੇ ਇਮਰਾਨ ਖਾਨ ਸਾਹਿਬ ਨਾਲ ਰਿਕੁਐਸਟ ਕਰਨਾ ਕਿ ਇਹ ਫੈਮਿਲੀ ਬਹੁਤ ਗਰੀਬ ਹੈ ਤੇ ਬੜਾ ਜ਼ੁਲਮ ਹੋਇਆ ਇਹਨਾਂ ਨਾਲ, ਇਹਨਾਂ ਨੂੰ ਇਨਸਾਫ ਦਿੱਤਾ ਜਾਵੇ।
नाजरीन अब चलते हैं थाना फूलनगर के इंचार्ज इन्वेस्टिगेशन इंस्पेक्टर फलक शेर की जानिब और उनकी गैर संजीदगी का अंदाजा आप खुद ही लगा लीजिए कि वो इस अहम तरीन केस को किस तरह से बयान करते हुए दिखाई दे रहे हैं। क्या वो मकतूल के लवाहिकीन को इंसाफ दिला पाएंगे? फैसला आप खुद ही कर लीजिए। इंचार्ज इन्वेस्टिगेशन थाना फूलनगर फलक शेर हमारे साथ मौजूद है। इनसे जानते हैं कि असल में हकायक है क्या, किस तरह से ये कत्ल की वारदात हुई और किसने ये कत्ल किया और मुलजिम को पुलिस ने किस तरह से गिरफ्तार किया। शुक्रिया वक्त दिता फलक शेर साहब। की वाकया है? 4 11 ਨੂੰ ਮਦਈ ਨੇ ਮੁਕੱਦਮਾ ਦਰਜ ਕਰਾਇਆ ਹੈ। ਠੀਕ ਹੈ ਜੀ। 4 नवंबर 2011 ਨੂੰ 2011 2011 अच्छा, मतलब आज तो 11 साल पहले 11 ਤਰੀਕ हाँ जी। 4 11 ਨੂੰ 4 ਤਰੀਕ 11ਵਾਂ ਮਹੀਨਾ ਦੇ ਸਨ ਕੀ अच्छा 2021 है, चंद दिन 4 पहले 11 ए ठीक हो गया। 4 नवंबर ਨੂੰ 4 ਨੂੰ ਮੁਕੱਦਮਾ ਦਰਜ ਹੋਇਆ। अच्छा ਅੱਛਾ ਤੇ ਉਹ ਬਾਅਦ ਉਤੇ ਉਹ ਆਪਣੇ ਤੌਰ ਤੇ ਕਰਦੇ ਰਹੇ ਤਲਾਸ਼ ਮੁਲਜ਼ਮ ਨੂੰ ਆਪਣੇ ਭਾਈ ਨੂੰ ਵਕੀਲ ਹਸਨ ਨੂੰ ਗਵਾਚਿਆ ਸੀ। ਮਸਾਲ ਉਹਨਾਂ ਗਵਾਹ ਦਾ ਪਰਚਾ ਕਰਾ ਲਿਓ ਕਿ ਕਿਸੇ ਕੋਈ ਗਵਾਹ ਕਰ ਲਿਆ ਅੱਗੇ ਪਿੱਛੇ। ठीक है। ਉਹ ਜਦੋਂ 11 21 ਨੂੰ 11 ਤਰੀਕ 11ਵੇਂ ਮਹੀਨੇ 21 ਤਰੀਕ ਨੂੰ ਸਨ 21 ਨੂੰ 5-6 ਵਜੇ ਉਹਨਾਂ ਦੱਸਿਆ ਜੀ ਸਾਡਾ ਭਾਈ ਘਰਾ ਘਰ ਦੇ ਵਿੱਚ ਉਹਨਾਂ ਨੂੰ ਗਏ ਨੇ ਵੇਖਿਆ ਸੋਲਨ ਲੱਗਾ ਉੱਤੇ। ਫਿਰ ਉਹ ਜਗ੍ਹਾ ਹੀ ਨਾ ਪੋਲੀ ਸੀ ਉੱਥੇ। ਉਹ ਕਿਦੋਂ ਪੁੱਟੀ ਥੋੜੀ ਜਗ੍ਹਾ ਇੱਟਾਂ ਉੱਤੋਂ ਹਲਾਈਆਂ ਤੇ ਉਹਦੇ ਥੱਲੇ ਉਹਨਾਂ ਕੋਈ ਨਾ 5-6 ਫੁੱਟ ਦੇ ਉਹਨੂੰ ਦਫਨ ਕੀਤਾ। ਉਹਨੇ ਫਿਰ ਕੱਢਿਆ, ਲੈਬਾਰਟਰੀ ਦੀ ਗੱਡੀ ਮੰਗਵਾਈ ਹੈ ਆਪਣੀ ਕਰੀਨ ਸਿੰਘ ਦੀ ਗੱਡੀ ਆਈ ਹੈ। ਲਾਸ਼ ਕੱਢ ਕੇ ਫਿਰ ਉਹਨੂੰ ਜੋ ਸਾਰੀ ਗਲੀ ਸਾਰੀ ਸੀ ਉਹਨੂੰ ਨਾ ਇਹਨੂੰ ਪੋਸਟਮਾਰਟਮ ਕਰਾਓ। अच्छा ਅਸੀਂ ਥਾਣੇ ਲੈਂਦਾ ਕਾਗਜ਼ ਮੁਕੰਮਲ ਕਰ ਗੋਰਾ ਕਰਾਇਆ ਪੋਸਟਮਾਰਟਮ। ਮਦਈ ਨੇ 3 ਮੱਦੇ ਨਾਮਜ਼ਦ ਕੀਤੇ ਨੇ, ਤਿੰਨੇ ਸੱਕੇ ਭਾਈ ਨੇ। अच्छा 3 ਬੰਦੇ ਨਾਮਜ਼ਦ ਕੀਤੇ। ਪਰਚਾ ਤੇ ਅਗਵਾ ਦਾ ਸੀ, ਉਹਨੂੰ 302 ਦੇ ਵਿੱਚ ਸ਼ਾਮਲ ਕਰਤੀ। 302 ਦੇ ਵਿੱਚ ਮਿਸਾਲ ਜੁਰਮ ਆਜ਼ਾਦ ਕੀਤਾ। ਠੀਕ ਹੈ। 302 221 ਇਹ ਦਫਾ ਸ਼ਾਮਲ ਕੀਤੀ। 302 201 ਬੜਾ 34 365 ਇਹਨਾਂ ਜੁਰਮਾਂ ਦੇ ਵਿੱਚ ਫਿਰ। ਠੀਕ ਹੈ। ਕਿਉਂ ਕਤਲ ਦੀ ਵਾਰਦਾਤ ਹੋਈ? ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਤੁਹਾਡੀ ਹੁਣ ਤੱਕ? ਤਫਤੀਸ਼ ਕੀ ਕਹਿੰਦੀ ਹੈ? ਕੋਈ ਪਤਾ ਚੱਲਿਆ ਕਿ ਉਹਦੀ ਜਿਹੜੀ ਬੀਵੀ ਸੀ ਨਾ ਕਿਹਦੀ? ਜੰਗੀਰ ਦੀ, ਹਾਂ, ਉਹਦੇ ਨਾਲ ਕੋਈ ਛੇੜਛਾੜ ਕਰਦਾ ਸੀ ਤੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਮਾਰਿਆ। ਮਕਤੂਲ ਕਰਦਾ ਸੀ ਵਕੀਲ। ਵਕੀਲ ਹਸਨ। ਅੱਛਾ, ਮਤਲਬ ਤਾਲੁਕਾਤ ਸੀ ਕਿ? ਅੱਛਾ ਤਾਲੁਕਾਤ ਹੈਗੇ ਸੀ। ਤੇ ਕੀ ਮੌਕੇ ਤੋਂ ਫੜਿਆ ਗਿਆ ਕੀ? ਤੇ ਫਿਰ ਇਹਨੂੰ ਉਸੇ ਦਿਨ 4 ਵਜੇ ਆਪਣਾ ਸਮਾਨ ਇਹਨੇ ਚੁੱਕਿਆ, ਲਾਹੌਰ ਚਲਾ ਗਿਆ ਤਾਲੇ ਮਾਰ ਕੇ। ਲਾਹੌਰੋਂ ਜਾ ਕੇ ਗ੍ਰਿਫਤਾਰ ਕੀਤਾ। ਜੰਗੀਰ ਚਲਾ ਗਿਆ ਤਾਲੇ ਮਾਰ ਕੇ? ਜੰਗੀਰ ਨਹੀਂ ਮਾਰਿਆ। ਜੰਗੀਰ ਨੇ ਮਾਰਿਆ ਸੀ। ਜੰਗੀਰ ਦੇ ਭਰਾ ਹੈ ਸਰਫਰਾਜ਼? ਸਰਫਰਾਜ਼ ਭਾਈ ਤੇ 3 ਭਾਈ ਨੇ ਜਿਹੜੇ ਨਾਮਜ਼ਦ ਕੀਤੇ। ਅੱਛਾ ਅੱਛਾ ਅੱਛਾ। ਤੇ ਲਾਹੌਰ ਚਲਾ ਗਿਆ ਸੀ। ਲਾਹੌਰ ਕਿਹੜੀ ਜਗ੍ਹਾ? ਲਾਹੌਰ ਤੂੰ ਲਿਆਂਦਾ ਬੜੇ ਸ਼ਦਾਰੇ ਤੋਂ ਕਿਵੇਂ। ਅੱਛਾ ਅੱਛਾ। ਤੁਸੀਂ ਨਹੀਂ ਫੜਿਆ? ਤੇ ਐਸਐਚਓ ਦੇ ਮੈਂ ਦੇ ਕਾਗਜ਼ ਮੁਕੰਮਲ ਕਰਦਾ ਰਿਹਾ। ਫਿਰ ਉਹ ਐਸਐਚਓ ਸਾਹਿਬ ਦੇ ਨੂੰ ਲਿਆਂਦਾ। ਅੱਛਾ, ਉਹ ਫੜਨ ਗਏ ਸੀ। ਠੀਕ ਹੈ। ਹੁਣ ਤੱਕ ਤਫਤੀਸ਼ ਚੋਂ ਕੀ ਸਾਹਮਣੇ ਆਈ ਹੈ ਗੱਲ? ਸਿਰਫ ਛੇੜਛਾੜੀ? ਹਾਲੇ ਤੱਕ ਕਿਸ ਤਰੀਕੇ ਨਾਲ ਵਾਰਦਾਤ ਸਰ ਅੰਜਾਮ ਦਿੱਤੀ ਇਹਨਾਂ ਨੇ? ਕੌਣ ਉਹਦੇ ਵਿੱਚ ਸ਼ਾਮਲ ਸੀ? ਕੀ ਹੋਇਆ? ਅਜੇ ਤਫਤੀਸ਼ ਜਾਰੀ ਹੈ, ਮੁਕੰਮਲ ਨਹੀਂ ਹੋ ਸਕੀ। ਅੱਛਾ ਠੀਕ ਹੈ। ਤੇ ਤਫਤੀਸ਼ ਕਦੋਂ ਤੱਕ ਮੁਕੰਮਲ ਹੋ ਜਾਏਗੀ? ਹੋ ਜਾਣੀ ਇਨਸ਼ਾਅੱਲਾ ਹਫਤੇ ਡੇਢ ਦਿਨ। ਹੁਣ ਤੱਕ ਕੁਝ ਨਹੀਂ ਪਤਾ ਇਸ ਬਾਰੇ ਚ? ਨਹੀਂ ਹੁਣ ਲੱਗਾ ਜੀ ਇੰਨਾ ਹੀ ਹਜੇ, ਕਿਉਂਕਿ ਉਹ ਡਾਕਟਰ ਸਾਹਿਬ ਦੀ ਰਿਪੋਰਟ ਆਉਣੀ ਸੀ, ਫਿਰ ਪਤਾ ਲੱਗਣਾ ਸੀ ਕੀ ਅਸਲ ਗੱਲ। ਪੋਸਟਮਾਰਟਮ ਦੀ ਰਿਪੋਰਟ ਆ ਗਈ ਕਿ ਕਤਲ ਹੋਇਆ ਵੀ ਹੈ ਕਿ ਨਹੀਂ ਕਤਲ ਹੋਇਆ? ਇਹ ਕਤਲ ਨਹੀਂ ਹੋਇਆ? ਕਤਲ ਤਾਂ ਹੋਇਆ ਨਾ। ਹਾਂ ਹੋਇਆ ਕਤਲ। ਤੇ ਹੁਣ ਰਿਪੋਰਟ ਦੇ ਵਿੱਚ ਕੀ ਆਏਗਾ? ਉਹ ਆ ਜੀ ਸਵੇਰੇ ਰਿਪੋਰਟ ਕੋਲ ਲੱਗ ਜਿਹੜਾ ਪਤਾ। ਉਹ ਚ ਕੀ ਇਜ਼ਾਫੀ ਗੱਲਾਂ ਹੁੰਦੀਆਂ ਕੋਈ? ਨਹੀਂ ਉਹ ਦੱਸ ਦੇਣਗੇ ਫਲਾਣੀ ਸੱਟ ਨਾਲ ਬੰਦਾ ਹਾਂਜੀ ਹਾਂਜੀ, ਉਹਦੇ ਵਿੱਚ ਤੇ ਇਹ ਆਂਦਾ ਉਹਦੇ ਵਿੱਚ ਮਸਾ ਸੋਟੇ ਨਾਲ ਮਾਰਿਆ, ਡੰਡੇ ਨਾਲ ਮਾਰਿਆ ਜਾਂ ਤਫਤੀਸ਼ ਦਾ ਤਲਕ ਤੇ ਨਹੀਂ ਹੈ ਨਾ ਉਹਦੇ ਵਿੱਚ ਉਹ ਹੀ ਹੁੰਦਾ।
ਬੰਦਿਆਂ ਦਾ ਪਤਾ ਲੱਗ ਜਾਏਗਾ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਹੈਗੇ ਸੀ? ਇੱਕ ਬੰਦਾ ਸੀ ਕਿ 4-5 ਬੰਦੇ ਸੀ? ਸਹੀ ਸਹੀ। ਤੇ ਹੁਣ ਤੱਕ ਕੀ ਕੀਤਾ ਹੈ ਤਫਤੀਸ਼ ਚ ਤੁਸੀਂ? ਹੁਣ ਤੱਕ ਜਾਰੀ ਹੈ ਤਫਤੀਸ਼, ਮੁਕੰਮਲ ਨਹੀਂ ਹੋਈ। ਹੋ ਜੀ 5 ਗੈਰਤ ਦੇ ਨਾਮ ਤੇ ਕਤਲ ਹੈ। ਉਹ ਕਿਹੜਾ ਮੁਲਜ਼ਮ ਆ ਜਾਂਦਾ ਮੇਰੀ ਬੀਵੀ ਦੇ ਨਾਲ ਕੋਈ ਛੇੜਖਾਨੀ ਕਰਦਾ ਹੀ ਤੇ ਆ ਵਜ੍ਹਾ ਦੇ ਨਾਲ। ਤੇ ਪੁੱਛਿਆ ਨਹੀਂ ਉਹਦੇ ਕੋਲੋਂ ਮੁਲਜ਼ਮ ਕੋ? ਉਹੀ ਤਾਂ। ਕਿਸ ਟਾਈਮ ਉਹਨੇ ਵੇਖਿਆ ਆਪਣੀ ਅੱਖਾਂ ਨਾਲ? ਉਹ ਆਂਦਾ ਮੈਂ ਵੇਖਿਆ 1-2 ਦਫਾ। ਮੈਨੂੰ ਉਹਨੂੰ ਤੰਗ ਕਰਦਾ ਹੀ, ਘਰ ਆ ਜਾਂਦਾ ਹੀ। ਇਹ ਵੀ ਆਪਣੇ ਰਿਸ਼ਤੇਦਾਰ ਨੇ ਮੇਰਾ ਘਰ। ਹਾਂ ਬਈ, ਕੀ ਨਾਂ ਹੈ? ਜਹਾਂਗੀਰ ਹੈ ਜੀ। ਜੰਗੀਰ, ਕੀ ਕਰਨਾ ਹੈ? ਮੈਂ ਮੇਰੇ ਵੱਲ ਵੇਖ। ਜੇ ਕੰਮ ਕਰਨਾ ਸੀ ਆਜ਼ਮ ਸਰੀਟੋ ਜੀ, ਉੱਥੋਂ ਛੱਡ ਦਿੱਤਾ ਸੀ। ਕਿਹੜੀ ਫੈਕਟਰੀ? ਆਜ਼ਮ ਸਰੀਟੋ। ਅੱਛਾ, ਫਿਰ ਡੰਗਰ ਬਣਾਇਆ, ਡੰਗਰ ਫਿਰ ਵੇਚ ਕੇ ਮੈਂ ਫਿਲਹਾਲ ਵਿਹਲਾ ਹੀ ਸੀ। ਵਿਹਲਾ ਹੀ ਸੀ। ਤੇ ਕਿੱਥੇ ਰਹਿੰਦਾ? ਸਰਾ ਛਿੰਬੇ। ਸਰਾ ਚਿੰਬੇ। ਅੱਛਾ, ਤੇ ਇਹ ਜਿਹੜਾ ਵਕੀਲ ਸੀ ਕਿਹਦਾ ਦੋਸਤ ਸੀ? ਵਕੀਲ ਮੇਰੇ ਛੋਟੇ ਭਰਾ ਦਾ ਦੋਸਤ ਸੀ, ਯਾਨੀ ਕਿ ਇਹ ਮੇਰੇ ਮਾਮੇ ਦੇ ਸਾਲੇ ਦਾ ਮੁੰਡਾ ਸੀ। ਮਾਮੇ ਦੇ ਸਾਲੇ ਦਾ ਮੁੰਡਾ? ਮਾਮੇ ਦੇ ਸਾਲੇ ਦਾ ਮੁੰਡਾ, ਰਿਸ਼ਤੇਦਾਰੀ ਹੈ? ਯਾਨੀ ਕਿ ਮੇਰੀ ਮਾਮੀ ਦਾ ਭਤੀਜਾ ਸੀ। ਮਾਮੀ ਦਾ ਭਤੀਜਾ? ਮਾਮੀ ਦਾ ਭਤੀਜਾ ਸੀ। ਅੱਛਾ, ਤੇ ਕਿੰਨੀ ਦੇਰ ਤੋਂ ਰਹਿ ਰਹੇ ਹੋ ਸਰਾਏ ਚਿੰਬੇ? ਇੱਥੇ ਤਕਰੀਬਨ 3.25 ਸਾਲ ਹੋ ਗਏ। ਇਹ ਲੋਕ 3 ਸਾਲ 3.25 ਸਾਲ ਹੋ ਗਏ। ਇਹਨਾਂ ਦੀ ਵਜ੍ਹਾ ਤੋਂ ਆਏ ਸੀ? ਆਹੋ, ਆਪਣੇ ਮਾਮੇ ਦੀ ਵਜ੍ਹਾ ਤੋਂ। ਮਾਮੇ ਦੀ ਵਜ੍ਹਾ ਤੋਂ ਆਏ। ਸਹੀ ਹੈ। ਤੇ ਉਹ ਫੈਕਟਰੀ ਜਿਹੜੀ ਸਾਹਮਣੇ ਹੈ, ਆਜ਼ਮ ਸਟਰੀਟ, ਹਾਂ, ਉੱਥੇ ਹੀ ਕੰਮ ਕਰਦਾ ਹੈ? ਉਹ ਵੀ ਉੱਥੇ ਕੰਮ ਕਰਦਾ ਸੀ। ਤੇਰਾ ਭਰਾ ਵੀ ਸਰਫਰਾਜ਼ ਉਹਦਾ ਦੋਸਤ ਹੈ? ਸਰਫਰਾਜ਼ ਦੋਸਤ ਸੀ। ਅੱਛਾ, ਤੇ ਕੀ ਹੋਇਆ ਉਹਦੇ ਨਾਲ? ਹੋਇਆ ਇੰਜੇ ਵੀ ਸਾਡੇ ਨਾਲ ਅੱਛਾ ਦੋਸਤ ਸੀ। ਤੇ ਮੇਰੇ ਵੱਲ ਵੇਖ। ਕੰਧ ਪਿੱਛੇ ਯਾਨੀ ਕਿ ਔਰਤਾਂ ਨੇ, ਭਰਜਾਈ ਮੇਰੀ ਜਾਂ ਬੀਵੀ ਮੇਰੀ, ਉਹਨਾਂ ਇੱਥੇ ਭਾਈ ਫਿਰ ਉਹਨਾਂ ਕੋਈ ਸਮਾਨ ਲੈਣ, ਰਾਸ਼ਨ ਲੈਣ ਜਾਂ ਬੱਚਿਆਂ ਨੂੰ ਸਕੂਲ ਛੱਡਣ ਜਾਣਾ, ਤੇ ਮਗਰ ਜਾ ਕੇ ਤੇ ਰੰਗਬਾਜ਼ੀਆਂ ਕਰਦਾ ਸੀ, ਤੇਜ਼ਾਬ ਹੱਥ 'ਚ ਫੜ ਲੈਣਾ। ਤੇ ਮੇਰੀ ਬੀਵੀ ਨੂੰ ਆਂਦਾ ਸੀ ਅਗਰ ਤੂੰ 2-3 ਦਿਨਾਂ ਦੇ ਵਿੱਚ ਤੂੰ ਫੈਸਲਾ ਨਾ ਕੀਤਾ ਨੱਸਣ ਦਾ, ਤੇ ਤੇਰੇ ਮੂੰਹ ਤੇ ਤੇਜ਼ਾਬ ਸੁੱਟ ਦਿਆਂਗਾ ਤੇ ਜੰਗੀਰੂ ਨੂੰ ਗੋਲੀ ਮਾਰ ਦਿਆਂਗਾ। ਜੰਗੀਰ ਮੇਰਾ ਨਾਮ। ਅੱਛਾ, ਕਿ ਉਹਨੂੰ ਮੈਂ ਗੋਲੀ ਮਾਰ ਦਿਆਂਗਾ। ਅੱਛਾ। ਇਹ ਗੱਲ ਨੂੰ ਮਤਲਬ ਕਿ 6 ਮਹੀਨੇ ਹੋ ਗਏ ਸੀ, ਇਹ ਸਰਕਟ ਚੱਲਦਾ ਪਿਆ ਸੀ। ਬੀਵੀ ਮੇਰੀ ਨੇ ਮੈਨੂੰ ਨਹੀਂ ਦੱਸਿਆਗਾ। ਅੱਛਾ, ਤੇ ਉਹਨੇ ਮੈਨੂੰ ਨਹੀਂ ਦੱਸਿਆ। ਫਿਰ 10ਵੇਂ ਮਹੀਨੇ ਦੀ 31 ਤਰੀਕ ਨੂੰ ਮੇਰੇ ਭਾਈ ਦੀ ਸ਼ਾਦੀ ਸੀ, ਬਰਾਤ ਸੀ। ਪਹਿਲੀ ਵਾਲੇ ਦਿਨ ਵਲੀਮਾ ਸੀ। 3 ਤਰੀਕ ਵਾਲੇ ਦਿਨ ਮੈਂ ਉਹਦਾ ਮਕਲਾਵਾ ਲੈਣ ਗਿਆ ਸਾਂ। ਸੱਚ ਬੋਲ ਰਹੇ? ਹਾਂ, ਸੱਚ ਹੀ ਬੋਲ। ਤੇ ਅੱਖਾਂ 'ਚੋਂ ਅੱਖਾਂ ਪਾ ਕੇ ਬੋਲੀਦਾ ਸੱਚ? ਹਾਂ। 3 ਤਰੀਕ ਵਾਲੇ ਦਿਨ ਮੈਂ ਉਹਦਾ ਮਕਲਾਵਾ ਲੈ ਕੇ ਆਇਆ ਵਾਂ। ਤੇ ਉਸ ਦਿਨ ਘਰ ਮੇਰੀ ਬੀਵੀ ਇਕੱਲੀ ਸੀ, ਦੂਜੇ ਭਾਈ ਆਪਣਾ ਘਰ ਸੀ। ਸਰਫਰਾਜ਼ ਦੀ ਸ਼ਾਦੀ ਸੀ? ਸਰਫਰਾਜ਼ ਛੋਟੇ ਦੀ ਸ਼ਾਦੀ। ਅੱਛਾ। ਤੇ ਉਹ ਘਰ ਆਇਆ, ਤੇਜ਼ਾਬ ਹੁੰਦੇ ਆਚੇ ਸੀ, ਪਿਸਤੌਲ ਉਹਦੇ ਕੋਲ ਸੀ। ਕਹਿੰਦਾ ਸੀ ਮੈਂ ਬੜੀ ਢੇਰ ਹੋ ਗਿਆ, ਤੇਰਾ ਇੰਤਜ਼ਾਰ ਕਰ ਲਿਆ, ਤੇ ਤੂੰ ਅਗਰ 3 ਦਿਨਾਂ ਦੇ ਵਿੱਚ ਫੈਸਲਾ ਨਾ ਕੀਤਾ ਤੇ ਸਵੇਰ ਤੇਰੇ ਬੰਦੇ ਨੂੰ ਗੋਲੀ ਮਾਰ ਦਿਆਂਗਾ ਤੇ ਜਾਂ ਤੇਰੇ ਮੂੰਹ ਤੇ ਤੇਜ਼ਾਬ ਸੁੱਟ ਦਿਆਂਗਾ। ਤੇਰੀ ਬੀਵੀ ਨੂੰ ਕਹਿ ਰਿਹਾ? ਹਾਂ, ਬੀਵੀ ਨੂੰ ਕਹਿ ਰਿਹਾ। ਕੌਣ ਸੁਣ ਰਿਹਾ? ਬੀਵੀ ਸੁਣ ਰਹੀ ਸੀ। ਕੱਲੀ ਬੀਵੀ ਸੀ ਘਰ? ਕੱਲੀ ਸੀ ਘਰ। ਅੱਛਾ। ਬਾਕੀ ਆਪਣੇ ਘਰ ਸਨ ਵੀ। ਉਹ 3 ਘਰ ਨੇ ਨਾ, ਸੱਜੇ ਖੱਬੇ। ਉਹ ਮੇਨ ਜਾ ਕੇ ਮੌਕੇ ਦੇ ਖੋਦੇ ਨਾ ਬਕੂਆ, ਫਿਰ ਪਤਾ ਲੱਗੇਗਾ ਵੀ ਕੀ ਹਿਸਾਬ ਸੀ। ਵੇਖਿਆ ਮੈਂ ਬਕੂਆ। ਹਾਂ, ਬਸ ਠੀਕ ਹੈ। ਤੇ ਉਹ ਸੈਂਟਰ ਵਾਲਾ ਜਿਹੜਾ ਘਰ ਉਧਰ ਸੀ ਬੀਵੀ ਮੇਰੀ। ਅੱਛਾ। ਤੇ ਉਹਦੇ ਮੂੰਹ ਦੇ ਚਪੇਟਾ ਮਾਰੀਆ ਸੂ। ਕਹਿੰਦਾ ਤੈਨੂੰ 3 ਦਿਨ ਦਾ ਟਾਈਮ ਹੀ, ਅਗਰ ਤੂੰ ਨਾ ਸੋਚਿਆ ਕੁਛ ਤੇ ਫਿਰ ਤੂੰ ਆਪਣਾ ਹਿਸਾਬ ਲਾ ਲਈ ਜਾਂ ਤੇਰੇ ਬੰਦੇ ਨੂੰ ਗੋਲੀ। ਮੈਂ ਸ਼ਾਮ ਨੂੰ 6 ਵਜੇ ਆਇਆ ਵਾਂ ਨਾਰੋ ਵੱਲੋਂ ਆਪਣੇ ਭਰਾ ਦਾ ਮਕਲਾਵਾ ਲੈ ਕੇ। ਤੇ ਮੇਰੀ ਬੀਵੀ ਪਰੇਸ਼ਾਨ ਸੀ, ਉਹਨੇ ਮੈਨੂੰ ਸਾਰਾ ਕੁਝ ਦੱਸਿਆ। ਉਹਨੇ ਕਿਹਾ ਮੇਰਾ ਘਰ ਨੂੰ ਉਜੜ ਜਾਵੇ, ਇਹ 6 ਮਹੀਨੇ ਤੋਂ ਇਹ ਕੰਮ ਹੋ ਰਿਹਾ ਜੋ ਮੈਨੂੰ ਤੰਗ ਕਰਦਾ ਸੀ। ਤੇ ਮੈਂ ਆਖਿਆ ਵੀ ਘਰ ਨਾ ਉਜੜ ਜਾਵੇ। ਤੇ ਮੈਂ ਅੱਕ ਕੇ ਤੈਨੂੰ ਹੁਣ ਇਹ ਗੱਲ ਤੇ ਆਹ ਬਾਤ ਦੱਸਣ ਲੱਗੀ ਕਿ ਉਹ ਮੈਨੂੰ ਇਹ ਕਹਿ ਕੇ ਗਿਆ। ਤੇ ਮੈਂ ਕਿਹਾ ਇਸ ਤੋਂ ਪਹਿਲੇ ਕਿਸੇ ਨੂੰ ਪਤਾ ਹੋਵੇ? ਉਹਨੇ ਕਿਹਾ ਉਹਦੀ ਮਾਂ ਨੂੰ, ਉਹਦੇ ਭਰਾਵਾਂ ਨੂੰ, ਉਹਦੀ ਭਰਜਾਈ ਨੂੰ, ਉਹਦੇ ਸਾਰੇ ਘਰ ਨੂੰ ਪਤਾ ਸੀ। ਤੇ ਉਹਨੇ ਕਿਹਨੇ ਦੱਸਿਆ ਸੀ? ਮੇਰੀ ਭਰਜਾਈ ਨੇ। ਅੱਛਾ। ਜਿਹੜੀ ਮੇਰੀ ਭਰਜਾਈ ਹੈ ਨਾ, ਉਹ ਮੇਰੀ ਸਾਲੀ ਵੀ ਹੈ। ਅਸੀਂ ਦੋਵੇਂ ਭਰਾ ਇੱਕ ਘਰ 'ਚ ਵਿੱਚ। ਵੱਡੀ ਭਰਜਾਈ ਉਹਨੇ ਮੇਰੀ ਬੀਵੀ ਨੇ ਆਪਣੀ ਭੈਣ ਨੂੰ ਦੱਸਿਆ ਨਾ ਇਹ ਗੱਲ ਹੈ ਬਾਤ। ਫਿਰ ਉਹਦੀ ਮਾਂ ਨੂੰ ਇਹਨਾਂ ਦੱਸਿਆ ਸੀ, ਉਹਦੀ ਭਰਜਾਈ ਨੂੰ ਦੱਸਿਆ ਸੀ, ਉਹਦੇ ਭਰਾਵਾਂ ਨੂੰ, ਪਿਓ ਨੂੰ, ਸਾਰਿਆਂ ਨੂੰ ਦੱਸਿਆ ਵੀ ਇਹ ਸਾਨੂੰ ਤੰਗ ਕਰਦਾ ਹੈ। ਉਹ ਕਿਵੇਂ ਇਹਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝਦੇ ਨੇ, ਇਹ ਕੀ ਕਰਦਾ ਹੈ, ਤੈਨੂੰ ਸਮਝਾ ਲਵੋ। ਉਹ ਕਹਿੰਦੇ ਇਹਨੇ ਕੁੱਤੇ ਦੀ ਮੌਤ ਕਿਸੇ ਦਿਨ ਮਰਨਾ, ਤੇ ਮਰਨਾ ਇਹਨੇ ਤੁਹਾਡੇ ਯਾਨੀ ਕਿ ਜੱਟਾ ਜੱਟੋ। ਤੇ ਮੈਂ 4 ਤਰੀਕ ਵਾਲੇ ਦਿਨ ਉਹਦੇ ਗਿਆ ਵਾਂ ਬੈਲਟ ਹੁੰਦੀ 'ਚ, ਤੇ ਫੋਨ ਤੇ ਲੱਗਾ ਸੀ ਕਿਸੇ ਨਾਲ।
ਕਿੱਥੇ ਗਿਆ ਉਹਦੀ ਬੈਗਟ ਵਿੱਚ ਬੈਠਕ ਚ ਹਾਂ। ਕੰਮ ਘਰ ਚ ਉਹਦੇ ਘਰ 'ਚ ਕੱਲਾ ਸੌਂਦਾ ਸੀ ਨਾ ਬੈਗ ਦੇ ਹਮ ਠੀਕ ਹੈ ਕਮਰੇ ਚ ਗਿਆ ਗਿਆ ਬੈਠਕ ਤੇ ਉਹਨੂੰ ਕਿਹਾ ਯਾਰ ਤੇ ਨਾ ਕੰਮ ਹੈ ਥੋੜਾ, ਉਹਨੂੰ ਲਿਆਂਦਾ ਆਪਣੀ ਵੇਲੀ ਵਿੱਚ ਤੇ ਬਸ ਉੱਥੇ ਫਿਰ ਅਸੀਂ ਲੜ ਪਏ ਆ। ਤੇ ਮਤਲਬ ਕਿ ਉਹਨੂੰ ਮੈਂ ਪੁੱਛਿਆ, ਦੱਸਿਆ, ਗੋਵਿਲ ਬੋਲਿਆ, ਮੈਂ ਵੀ ਬੋਲਿਆ, ਲੜ ਪਿਆ ਵਾਂ। ਤੇ ਉਹਨੇ ਕੋਈ 2-3 ਮੈਨੂੰ ਸੁੱਟੀਆਂ, 2-3 ਮੈਂ ਸੁੱਟੀਆਂ। ਉਹ ਥੱਲੇ ਡਿੱਗ ਪਿਆ, ਇੱਟਾਂ ਦੇ ਉੱਤੇ ਉਹਦਾ ਸਿਰ ਵੱਜਿਆ, ਉੱਤੋਂ ਇੱਕ ਦੋ ਮੈਂ ਲੱਕੜਾ ਮਾਰੀਆਂ। ਮਤਲਬ ਕਿ ਵਿਆਹ ਦਾ ਬਾਲਣ ਵਧਿਆ ਪਿਆ ਸੀ ਤੇ ਰਾਤਾਂ ਨਹੀਂ ਸੀ ਮੇਰਾ, ਰਾਤਾਂ ਨੂੰ ਐਵੇਂ ਬਸ ਭੁੰਨਣ ਦਾ ਸੀ। ਤੇ ਜਦੋਂ 2-3 ਮਿੰਟ ਗੁਜ਼ਰੇ ਨੇ ਤੇ ਉਹ ਪੂਰਾ ਹੋ ਗਿਆ ਸੀ। ਜਦ ਕਹਿੰਦੇ ਮੈਂ ਪਿਓ ਨੂੰ ਫੋਨ ਕਰੂੰ ਸਾ ਕਿ ਇਹਨੂੰ ਆ ਕੇ ਲੈ ਜਾ, ਸਮਝਾ ਜਾ। ਤੇ ਜਦੋਂ ਮੈਂ ਚੈੱਕ ਚੁੱਕ ਕੀਤਾ, ਉਹ ਇੱਥੇ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਮਰ ਗਿਆ। ਮਰਨ ਤੋਂ ਬਾਅਦ ਕੀ ਕੀਤਾ ਜੀ? ਮਾਰਨ ਤੋਂ ਬਾਅਦ ਖੱਪਾ ਕੱਢਿਆ। ਅੱਛਾ ਵਿੱਚ ਨਪਤਾ ਤੇ ਕੋਈ ਘਰ ਵਾਲੇ ਨੇ ਕੁਝ ਨਹੀਂ ਕਿਹਾ? ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਜਿਹਦਾ ਜੁਮੇਰਾਤ ਵਾਲੇ ਦਿਨ ਦੱਸਿਆ 8 ਦਿਨ ਬਾਅਦ। ਨਹੀਂ ਆਪਣੇ ਘਰ ਵਾਲਿਆਂ ਹੈ ਤੇਰੇ ਘਰ ਵਾਲਿਆਂ ਦੀ ਗੱਲ ਕਰ ਰਹੇ ਆ ਜਿੱਥੇ ਤੂੰ ਕਤਲ ਕੀਤਾ ਹੈ। ਉਹ ਨਹੀਂ ਆਏ ਬਾਹਰ? ਉਹ ਵੇਲੀ ਸੀ, ਉੱਥੇ ਰਹਿਸ਼ ਹੀ ਨਹੀਂ ਸੀ ਆਇਆ। ਡੰਗਰਾਂ ਵਾਲੀ ਵੇਲੀ ਸੀ, ਦੇਲ ਸੀ ਉੱਥੇ। ਅੱਛਾ ਉੱਥੇ ਰਹਿਸ਼ ਹੀ ਨਹੀਂ ਸੀ ਆਇਆ। ਕਿਸੇ ਨੇ ਆਵਾਜ਼ ਵੀ ਨਹੀਂ ਸੁਣੀ? ਕਿਸੇ ਨੂੰ ਪਤਾ ਸੋਰੀ ਅੱਛਾ ਕੱਲੇ ਨੇ ਕੀਤਾ ਤੂੰ? ਕੱਲੇ ਨਹੀਂ ਕੀਤਾ। ਕੱਲੇ ਨੇ ਫਿਰ ਕੱਲੇ ਕਿੰਜ ਕੱਢਿਆ ਸਾਰਾ ਕੁਝ ਜ਼ਮੀਨ ਚੋਂ? ਜ਼ਮੀਨ ਚ ਮੈਂ ਨਹੀਂ ਕੱਢਿਆ। ਜ਼ਮੀਨ ਚੋਂ ਤੇ ਫਿਰ ਮੈਂ ਫੋਨ ਕੀਤਾ ਆਪਣਾ 11 ਤਰੀਕ ਵਾਲੇ ਦਿਨ। ਹਾਂ ਜੁਮੇਰਾਤ ਵਾਲੇ ਇੱਥੇ ਐਸਐਚਓ। ਨਹੀਂ ਜ਼ਮੀਨ ਚ ਪਾਣ ਵਾਸਤੇ ਰੇਤ ਨਹੀਂ ਕੱਢੀ ਦੀ? ਪਰ ਇਹ ਤਾਂ ਪੋਲੀ ਸੀ, ਭਰਤੀ ਸੀ, ਤਾਜ਼ੇ ਘਰ ਬਣੇ ਸੀ, ਮਿੱਟੀ ਦੀ ਭਰਤੀ ਸੀ। ਉਹ 10 ਮਿੰਟ ਲੱਗੇ ਬਸ ਹੋਇਆ ਨਹੀਂ ਕਦੇ। ਅੱਛਾ ਪੋਲੀ ਭਰਤੀ ਸੀ, ਅੱਛਾ ਕੋਈ ਸਖਤ ਸੁਖਤ ਨਹੀਂ ਸੀ ਆਇਆ। 10 ਮਿੰਟ ਲੱਗੇ ਆਰਾਮ ਨਾਲ ਕੱਢੀ ਤੂੰ ਕੱਲੇ? ਕਿੰਨੀ ਦੇਰ ਲੱਗੀ? ਤਕਰੀਬਨ ਕੋਈ 20 ਮਿੰਟ ਲੱਗ ਗਏ ਹੋਣੇ। ਅੱਛਾ ਫਿਰ ਤੇ ਨੱਪ ਦਿੱਤਾ ਵਿੱਚ। 20 ਮਿੰਟ ਬਾਅਦ ਉਹਨੂੰ ਵਿੱਚ ਨੱਪਤਾ? ਨੱਪ ਕੇ ਕੀ ਕੀਤਾ ਜੀ? ਨੱਪ ਗਿਆ ਤੇ ਫਿਰ ਉੱਤੇ ਮਿੱਟੀ ਪਾ ਕੇ ਜਾ ਕੇ ਸਕੂਨ ਨਾਲ ਸੌਂ ਗਿਆ। ਸਕੂਨ ਨਾਲ ਨੀਂਦ ਆ ਗਈ। ਗੈਰਤ ਦੇ ਨਾਂ ਤੇ ਕਤਲ ਕੀਤਾ ਤੂੰ। ਗੈਰਤਮੰਦ ਆਦਮੀ ਹੈ ਤੂੰ, ਪੂਰਾ ਗੈਰਤਮੰਦ ਹੈ। ਤੇ ਉਹਦੀ ਬੈਠਕ ਚ ਜਾ ਕੇ ਕਿਉਂ ਨਹੀਂ ਮਾਰਿਆ? ਬਸ ਜਿਵੇਂ ਮੇਰੀ ਸਮਝ ਚ ਆਈ ਮੈਂ ਉਵੇਂ ਕੀਤਾ। ਤੂੰ ਇਲਜ਼ਾਮ ਲਾ ਰਿਹਾ ਹੈ ਉਹ ਮਰ ਚੁੱਕਾ ਹੈ, ਇਹਦੇ ਤੋਂ ਇਲਾਵਾ ਕੋਈ ਗਵਾਹ? ਗਵਾਹ ਕੌਣ ਹੋ ਸਕਦਾ? ਕੋਈ ਬੰਦਾ ਆਪਣੇ ਭਰਾ ਨਾਲ ਨਹੀਂ ਗੱਲ ਕੀਤੀ? ਕਿਸੇ ਨੂੰ ਕੋਈ ਖਬਰ ਹੀ। ਕਿੰਨਵੇਂ ਨੰਬਰ ਤੇ ਘਰ ਚ? ਮੈਂ ਮਤਲਬ ਕਿ 30 ਭਰਾਵਾਂ ਜੋ ਤੀਸਰੇ ਨੰਬਰ ਤੇ। ਤੀਸਰੇ ਨੰਬਰ ਤੇ? ਛੋਟਾ ਹੈ? ਜਿਹਦੀ ਸ਼ਾਦੀ ਸੀ ਉਹ ਮੇਰੇ ਤੋਂ ਛੋਟਾ ਸੀ। ਉਹ ਛੋਟਾ ਹੈ, ਉਹਨੂੰ ਵੀ ਨਹੀਂ ਦੱਸਿਆ? ਉਹਦਾ ਦੋਸਤ ਸੀ, ਉਹਨੂੰ ਕਿਹਾ ਨਹੀਂ ਕਦੀ ਕਿ ਤੂੰ ਇਹਨੂੰ ਘਰ ਨਾ ਵੜਿਆ ਕਰ? ਘਰ ਅਸੀਂ ਆਣ ਜਾਂਦੇ ਹੈਗੇ ਹੀ ਨਹੀਂ ਸੀ ਸਾਡਾ ਇੱਕ ਦੂਜੇ। ਤੇਰੇ ਭਰਾ ਇਨਵੋਲਵ ਨਹੀਂ ਇਹਦੇ ਵਿੱਚ? ਕੋਈ ਬੰਦਾ ਨਹੀਂ ਇਨਵੋਲਵ? ਠੀਕ ਕੀਤਾ ਤੂੰ ਆਪਣੇ ਵੱਲੋਂ? ਸਰ ਹੈਗੀ ਤੇ ਗਲਤੀ ਹੈ, ਮੈਨੂੰ ਵੀ ਪਤਾ ਹੈ ਗੁਨਾਹ। ਮੇਰੇ ਵੱਲ ਵੇਖ। ਹਾਂ ਗਲਤੀ। ਹਾਂ ਗਲਤੀ ਕੀਤੀ। ਗਲਤੀ ਕੀਤੀ? ਹਾਂ ਗਲਤੀ ਕੀਤੀ। ਤੇ ਹੁਣ ਫਿਰ ਜੋ ਨਸੀਬਾਂ ਚ ਇਹਦਾ ਤੂੰ ਪਤਾ ਹੈ ਕਿ ਕੋਈ ਸਵਾਬ ਦਾ ਕੰਮ ਨਹੀਂ ਜਾਂ ਨੇਕੀ ਨਹੀਂ ਹੈਗੀ ਤੇ ਗਲਤੀ ਹੈ। ਪਰ ਗੁੱਸਾ ਆਇਆ ਸੀ, ਬਸ ਲੜ ਪਿਆ ਤੇ ਫਿਰ। ਤੇ ਟੂਨ ਤੇਰੀ ਕਿਉਂ ਖਰਾਬ ਹੈ ਹੁਣ ਵੀ? ਉਛਲਦਾ ਕਿਉਂ ਹੈ? ਸੜਕਾਂ ਦੀ ਖਰਾਬ। ਮੈਂ ਤੁਹਾਨੂੰ ਜਿੰਨੀ ਗੱਲ ਸੀ ਉਨੀ ਦੱਸਿਆ ਤੇ ਤੁਸੀਂ ਕਹਿੰਦੇ ਮੇਰੇ ਨਾਲ ਅੱਖਾਂ 'ਚ ਪਾ ਕੇ ਅੱਖਾਂ ਗੱਲ। ਮੈਂ ਆਪਣੀ ਸ਼ਰਾਫਤ ਦੇ ਵਿੱਚ ਸਹੀ ਗੱਲ ਕਰਨਾ ਪਿਆ। ਤੁਸੀਂ ਹੁਣ ਗੱਲ ਨੂੰ ਇੰਜ ਸ਼ਰਾਫਤ ਨਾਲ ਗੱਲ ਕਰੀਦੀ? ਤੂੰ ਤਾਂ ਬਦਮਾਸ਼ ਹੈ। ਹੁਣ ਤੂੰ ਬਦਮਾਸ਼ ਬਣਾ ਰਿਹਾ। ਆਪ ਬਦਮਾਸ਼ ਹੈ ਤੂੰ। ਕੀ ਹੋ ਗਿਆ ਤੁਹਾਨੂੰ? ਮੈਂ ਪਹਿਲੇ ਗਿਆ, ਮੈਂ ਤੁਹਾਡਾ ਹਰ ਪ੍ਰੋਗਰਾਮ ਵੇਖਿਆ, ਕੋਈ ਵੀਡੀਓ ਨਹੀਂ ਮੈਂ ਜਿਹੜੀ ਐਸੀ ਨਾ ਵੇਖੀ ਹੋਵੇ। ਇਹ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ ਕਿੰਜ ਬੋਲਣਾ ਕੀ। ਸਜ਼ਾ ਮਿਲਣੀ ਚਾਹੀਦੀ ਤੈਨੂੰ? ਸਜ਼ਾ ਜਾਂ ਹੱਕਦਾਰ ਹੈ ਤਾਂ ਮਿਲਣੀ ਚਾਹੀਦੀ ਮੈਨੂੰ ਸਜ਼ਾ। ਤੂੰ ਹੱਕਦਾਰ ਨਹੀਂ ਹੈਗਾ ਸਜ਼ਾ ਦਾ? ਜਾਂ ਉਹ ਹੱਕਦਾਰ ਹੈ ਤਾਂ ਮਿਲੇ ਨਾ ਸਜ਼ਾ। ਨਹੀਂ ਹੈਗਾ ਕਿ ਨਹੀਂ ਹੈਗਾ ਤੂੰ ਦੱਸ। ਸਜ਼ਾ ਮਿਲਦੀ ਵੀ ਮੈਂ ਹੁਣ ਅੰਦਰ ਬੰਦ ਤੇ ਸਜ਼ਾ ਹੀ ਹੈ। ਅੱਗੇ ਨਹੀਂ ਹੋਣੀ ਸਜ਼ਾ? ਅੱਗੇ ਵੀ ਹੋਣੀ ਸਜ਼ਾ। ਹੋਣੀ ਚਾਹੀਦੀ। ਕਤਲ ਕੀਤਾ ਤੂੰ? ਕੀਤਾ। ਕੀ ਹੁੰਦੀ ਕਤਲ ਦੀ ਸਜ਼ਾ? ਕਤਲ ਦੀ ਉਮਰ ਕੈਦ 25 ਸਾਲ, ਸਜ਼ਾਏ ਮੌਤ, ਤਿੰਨਾਂ ਚੋਂ ਜਿਹੜੀ ਵੀ ਨਸੀਬਾਂ ਚ ਹੋਈ ਲੈਣ ਨੂੰ ਤਿਆਰ ਹੈ। ਤਹਿਕੀਕ ਕੀਤੀ ਪੂਰੀ ਇਸ ਗੱਲ ਦੀ ਕਤਲ ਕਰਨ ਤੋਂ ਪਹਿਲੇ? ਇਹ ਨਹੀਂ ਸਰ ਪਤਾ ਲੱਗਦਾ, ਬਸ ਜਿਵੇਂ ਨਸੀਬਾਂ ਦੇ ਬੰਦਿਆਂ ਦੇ ਚ ਮੁਸੀਬਤ ਲਿਖੀ ਹੁੰਦੀ ਹੈ ਨਾ। ਤੇ ਮੈਂ ਜਦੋਂ ਪ੍ਰੋਗਰਾਮ ਵੇਖਣਾ ਸਾਂ ਤੇ ਕਦੀ ਸੋਚਿਆ ਨਹੀਂ ਸੀ ਵੀ ਇੰਜ ਇੱਕ ਦਿਨ ਮੇਰਾ ਪ੍ਰੋਗਰਾਮ ਬਣੇਗਾ। ਵੀ ਇਹ ਵੇਖ ਕੇ ਪ੍ਰੋਗਰਾਮ ਤੋਬਾ ਕਰੀਦੀ ਸੀ ਕਿ ਯਾਰ ਇਹਨੇ ਇਸ ਤਰ੍ਹਾਂ। ਤੇ ਫਿਰ ਨਸੀਬਾਂ ਚ ਹੈਗਾ ਸੀ ਮੇਰੇ ਚ ਤੇ ਹੋ ਗਿਆ। ਮੈਂ ਤੇਰਾ ਵੀ ਪ੍ਰੋਗਰਾਮ ਹੋ ਗਿਆ? ਮੇਰਾ ਵੀ ਪ੍ਰੋਗਰਾਮ ਹੁਣ ਐ ਤੇ ਤੂੰ ਵੇਖੇਗਾ ਨਹੀਂ, ਜੇਲ੍ਹ ਚ ਹੋਏਗਾ। ਦੁਨੀਆ ਦੇ ਵੇਖੇ ਜੀ। ਦੁਨੀਆ ਵੇਖੇਗੀ। ਦੁਨੀਆ ਨੂੰ ਕੀ, ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦਾ? ਨੂੰ ਇਹ ਕਹਾਂ ਦੇ ਕਿ ਬਸ ਗਲਤੀ ਨਾ ਵੀ ਗਲਤੀ ਨਾ ਕਰਨਾ, ਬਾਅਦ ਚ ਸੋਚ ਆ ਰਹੀ ਬੰਦੇ ਨੂੰ। नाज़रीन
वकील हसन के कत्ल केस में पुलिस तो तफ्तीश कर रही है, लेकिन लाहौर रंग के नुमाइंदे अशरफ ताहिर ने हमारे लिए क्या तहकीकात की हैं, ये उन्हीं की जुबानी जान लेते हैं। देखने से तो ये ऑनर किलिंग ही लगती है कि गैरत के नाम पर कत्ल किया गया। आपने किस तरह से इसे केस को देखा और अब तक इस केस में क्या समझ आई है आपको बात? इसमें सबसे पहली बात जो है, ये सबसे पहले स्टोरी जो थी लाहौर रंग ने ही ब्रेक की थी। मैं ऑन द स्पॉट जिस वक्त डेड बॉडी रिकवर हो रही थी तो मैं मौके पे चला गया था। तो सबसे पहली बात जो हमने जाके वहाँ देखी कि जितना वो गड़ा बनाया गया था वो एक आदमी का काम नहीं है। बिल्कुल इसके अंदर कम से कम 2 से 3 आदमी भी मुलव्वस हो सकते हैं किसी ज़्यादा भी हो। और दूसरी बात जो है, 4 तारीख को ये वक़ुआ पेश आया और डेड बॉडी जो है वो 11 तारीख को जो है रात को रिकवर हुई है, जबकि 11 तारीख की सुबह के 8 बजे जो है FIR भी दर्ज हुई। पूरे एक हफ्ते के बाद। जबकि जो मेरे सोर्स हैं, मैंने अपने सोर्स से पता किया तो एप्लीकेशन 4 तारीख को इन्होंने सबमिट करवा दी थी, लेकिन उसमें किसी किस्म की कार्रवाई नहीं की पुलिस ने, मुकामी ने, और यही कहा कि आप ढूंढें और जैसे ही कोई आपको भी क्लू मिलता है हम भी कोशिश करते हैं, लेकिन पुलिस ने इसमें किसी किस्म की कार्रवाई नहीं की। तो ये गांव के लोग जो थे मुतलका और उनके जो घर वाले थे अफराद, उन्होंने जिस वक्त ये घर छोड़ के भागे हैं सब लोग, घर से औरतें बच्चे, यहाँ तक कि उन्होंने बच्चों के स्कूल बैग भी स्कूलों में छोड़े और वो गायब हो गए हैं अपने बीवी बच्चों और सामान को लेके। पैसे वगैरह थे, जो माल मता था, इन्होंने पहले बेच दिया था। तो जैसे ही लोगों ने कहा कि घर की तलाशी लेनी चाहिए, देखें इसके अंदर कोई इनके साथ मामला तो नहीं है, और जैसे ही कुछ लोग मकामी जो थे वो घर के अंदर दाखिल हुए तो वो जैसे ही फर्श बैठा अंदर गए तो जो सुलंग लगा हुआ बैठा, उसके एक आदमी ने फील किया कि यहाँ कुछ गड़ा है। हाँ, वो बिल्कुल खोदा और उसके बाद वो बॉडी जो है रिकवर हो गई। और अभी तक जो है तहकीकात जो पुलिस की जारी इंतहाई सुस्त रवि का शिकार है, किसी किस्म की अभी तक इम्प्रूवमेंट नहीं आई केस के अंदर, जू का तो वही है। और बाकी जो है वो देखिए, इंचार्ज इन्वेस्टिगेशन से भी हमारी बात हुई, वो तो इस तरह से इस केस को ले रहे थे जैसे वो 302 कोई मामूली सा केस है, एक बड़ा कत्ल की वारदात हुई है यहाँ पर। बिल्कुल ना जी, ये बिल्कुल बड़ी अफसोसनाक और सबसे बड़ी अफसोसनाक बात ये है कि वो 26 साल नौजवान था जो कत्ल हुआ है और अपने घर का कफील भी था, काम भी वही करता था, उसके दूसरे भाई भी हैं, लेकिन ये लड़का अच्छा काम शाम भी करता था, इनका घर का डिपेंड भी इसी पे था। लेकिन पुलिस, जैसे कि आपने देख ही लिया, उनसे सुनी लिया, और आगे तहकीकात क्या होगी, तफ्तीश क्या होगी, ये आपके सामने ही है। हाँ बिल्कुल। अच्छा, इसमें ये है कि मुल्जिम जो गिरफ्तार है, जिसने इतराफ़ जुर्म भी किया इस कत्ल की वारदात पर, उसने एक इल्ज़ाम आयद किया है कि उसकी बीवी को हरासा करता था जो मकतूल है। लेकिन साथ ही साथ अगर मकतूलीन के लवाकिन की तरफ, मकतूल की लवाकिन की तरफ जाए तो उनको, उनके नाम पर सिर्फ एक ही जुबान पर एक ही नाम आता है, वो सरफराज वगैरह, लेकिन ये मुल्जिम तो सरफराज का भाई है। ये इसमें क्या समझते हैं कि सरफराज कातिल है या ये जो पेश हुआ है या जिसे पुलिस ने गिरफ्तार किया ये कातिल है? अच्छा सुलेमान भाई, इसमें सबसे अहम बात जो है, अभी तक जो डाटा निकल रहा है वो सरफराज का ही आ रहा है। हो सकता है कि कातिल ने जो है उसको अपने भाई का नेटवर्क यूज़ किया हो, मोबाइल भी उसका यूज़ हुआ है, बुला के भी वही लेके गया, और इनके घर में जिस वक्त उनके मुताबिक, जो लवाकिन के मुताबिक है कि हमारे बेटे को सरफराज बुला के लेके गया, फ़ोन करके उसने बाहर बुलाया, क्योंकि वो दोस्त था उसका। तो इसमें ये कभी शायद है, जैसे ये कह रहा है कि मैंने अकेले ने मारा, यहाँ से आके ये शक पुख्ता हो जाता है कि ये एक आदमी का काम नहीं है। तो कम से कम ये जो 3 उन्होंने नामजद किए हैं, ये 3 भाइयों के नाम ले रहे हैं, जिनमें फारूक है, वो जहांगीर जो है वो पेश हो गया 8 दिन के बाद, फिर उसका दूसरा भाई जो है वो मुलव्वस है। तो इस तरह ये चांस बन रहे हैं शक व शुबहात के हवाले से। अब पुलिस इसको किस तरह इन्वेस्टिगेट करती है आने वाले दिनों में, ये भी देखना बाकी है। तो पुलिस तो वही वाली पुलिस ने इन्वेस्टिगेट करना है जिनसे हमारी बात हुई है, तो वो किस तरह से कर रहे हैं वो तो आप देख चुके हैं, आपने भी देखा है। तो सर इसमें ये है कि या तो इसको चेंज किया जाए, तफ्तीशी को अच्छे तरीके से जो है उसको किसी DPO साहब को चाहिए कि जो अच्छा इन्वेस्टिगेशन करने वाला ऑफिसर है उसको केस सौंपा जाए ताकि इसमें किसी किस्म का उबहाम न रहे। अच्छा, अब जैसे गड़ा 6 फुट तक खुदा हुआ था, जी, तो वो कितनी देर लगती है उस गड़ा खोदने को? वो एक आदमी अगर 6 फुट का गड़ा खोदता तो कम से कम उसे जो है तकरीबन एक आदमी जो है वो पहले तो आसानी से खोद ही नहीं सकता, और मैक्सिमम उसको जो है वो आधा से पौना घंटा लगता है वो एक गड़ा खोदने में, उसको दफनाने में और दोबारा फिर उसमें मिट्टी डालने में कम से कम 1 घंटे का प्रोसीजर है। और वो जो मुल्ज़म के बयान भी आपने सुनी है, वो यही कह रहा है कि मैंने 20 मिनट के अंदर ये सारा काम कत्ल भी किया है, 20 मिनट में गड़ा भी खोदा है, उसको अंदर डाला भी, मट्टी भी उसको डाली और फिर उसके ऊपर सूलम भी लगा दिया। मतलब वो झूठ जो बोलता हुआ दिखाई दे रहा है, रटाया झूठ है। मुल्ज़म जो है इसको अच्छी तरीके से इन्वेस्टिगेशन की जाए, ये मुल्ज़मान ज्यादा निकलेंगे इस केस में से, ज्यादा निकलेंगे, आप ये समझते हैं।
تو اس کے علاوہ صورتحال اور مزید یہ اسی طرح واقعہ ہوا ہے کہ وہ ملزم جو ہے وہ ہراساں کرتا تھا مقتول ملزم کی فیملی کو، ایسے بات سامنے آئی ہے؟ ایسی کوئی بات؟ اس وقت ہم نے جا کے اپنی طور پر سورس جو استعمال کیا اور جا کے لوگوں سے وہاں پوچھا ہے، تو وہاں ہمارے جو علم میں بات آئی ہے وہ یہ آئی ہے کہ ان کے اس طرح کا کوئی معاملہ نہیں تھا، اس طرح کا میٹر نہیں تھا. آپس میں چونکہ رشتے دار بھی آتے جاتے بھی ہوں گے، اس بات کا تو کنسرن نہیں ہے، لیکن اس طرح کی کوئی سننے میں بات نہیں. قتل تو حالات واقعہ دیکھنے سے یہ آنر کلنگ غیرت کے نام پر ہی قتل ہے، یہ تو آپ کو لگتا ہے اور پولیس بھی اس پہ قائم ہے، موقف بھی ان کا یہی سامنے آ رہا ہے کہ غیرت کے نام پر قتل ہوا ہے. اس میں سب اس طرح ہے، بالکل یہ پاسبل ہو سکتا ہے چونکہ وہ آپس میں رشتے دار بھی ہیں اور آتے جاتے ہوں، گھر کے اندر کوئی اس طرح کے معاملات ہوں کہ ان کا کوئی آپس میں لڑکی کا اس لڑکے کا یا ان کے گھر کے کسی عورت کا اس کے ساتھ کوئی تعلق ہو جس کو غیرت کے نام پہ انہوں نے یہ ابھی شو آف نہیں کروا رہے. ہو سکتا ہے کہ اندر کچھ اور بات بھی نکل آئے ابھی تک، یہ تو ابھی چل رہی ہے انویسٹیگیشن، اس میں پولیس مزید انویسٹیگیشن، وہی کہہ رہا ہوں کہ اگر تفتیشی کوئی اچھا ہوگا تو اس کو مزید انویسٹیگیٹ کیا جائے تو اور بہت ساری چیزیں نکل سکتی ہیں. وکیل حسن کا قتل جس بے دردی سے کیا گیا ہے اس سے تو یہ صاف ظاہر ہوتا ہے کہ یہ قتل غیرت کے نام پر کیا گیا ہے. اس قتل میں کون کون ملوث ہے یہ پتہ لگانا اس لیے ناممکن لگتا ہے کہ جس غفلت اور لاپرواہی سے اس قتل کیس کی تفتیش کی جا رہی ہے. اپنے ارد گرد ہونے والے جرم کو فوری 15 پر رپورٹ کیجئے. اپنے میزبان سلمان قریشی کو اجازت دیجئے. اللہ نگہباں.